ਤੁਹਾਡਾ ਟ੍ਰਿਪ कैसा रहा? जी बस ट्रिप शुरू हो गया। अच्छा, करना। हाले हाले सफर च हो? हाँ नहीं बस सफर च नहीं, एक जगह तो दूसरी जगह ते आ गए अच्छा, ते दैट्स कुछ वंडरफुल। अरसा ते रवांगे। सॉरी पिछली क्लास ਜਿਹੜੀ ਸੀ ਉਹ ਮਿਸ ਹੋਈ, ਲੇਕਿਨ ਅਸੀਂ ਸਮੈਸਟਰ ਦੇ ਆਖਰ ਤੇ ਇੱਕ ਹੋਰ ਕਲਾਸ ਐਡ ਕਰ ਲਵਾਂਗੇ No ਤੇ worries. ਨਿਹਾਲ ਜੀ ਤੇ ਇੱਕ ਨਵੇਂ ਨਹੀਂ 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 ਸਰ, ਉਹ ਮੇਰੇ ਬੇਟੇ ਦਾ ਨਾਮ ਹੈ, ਉਹ ਚੇਂਜ ਕਰ ਦਿੰਦਾ ਹੁਣ ਅੱਛਾ 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 ਨਹੀਂ ਹਾਂ ਮੈਂ ਵੀ ਨਾਂ ਚੇਂਜ ਕਰ ਲਵਾਂ, ਮੈਂ ਵੀ सर ये चंगेज आपने क्यों नाम रखा हुआ है? चंगेज मेरे बेटे का नाम है जी। ओके। चंगेज खान से इंस्पायर होकर तो नहीं रखा आपने? ਉਹ ਥੋੜੀ ਜੀ ਲੜਾਈ ਹੋ ਗਈ ਘਰ, ਉਹ ਨਾਂ ਰੱਖਿਆ, ਮੈਂ ਤੇ ਨਹੀਂ ਰੱਖਿਆ, ਮੇਰਾ ਵੱਡਾ ਪੁੱਤਰ ਹੈ ਤੇ ਉਹਨੇ ਛੋਟੇ ਦਾ ਨਾਂ ਮਤਲਬ ਵੱਡੇ ਦਾ ਅਸੀਂ ਚੂਜ਼ ਕੀਤਾ ਸੀ। ਛੋਟਾ ਹੋਇਆ ਤੇ ਵੱਡੇ ਨੇ ਕਿਹਾ ਮੈਂ ਰੱਖਾਂਗਾ, ਉਹਨੇ ਚੰਗੇਜ਼ ਰੱਖਤਾ ਤੇ ਮੇਰੇ ਘਰ ਨੂੰ ਥੋੜਾ ਜਿਹਾ ਫੜਾ ਪੈ ਗਿਆ। ਉਹਨਾਂ ਨੇ ਕਿਹਾ ਚੰਗੇਜ਼ ਤੇ ਬਹੁਤ ਜ਼ਾਲਮ ਆਦਮੀ ਸੀ, ਉਹਨੇ ਤੇ ਬੜੇ ਬੰਦੇ ਮਾਰੇ ਨੇ। ਮੈਂ ਕਿਹਾ ਫਿਰ ਕੀ ਕਰੀਏ, ਉਹਨੇ ਇੱਕ ਦੋ ਹੋਰ ਨਾਂ ਰੱਖੇ, ਸੁਜੈਸਟ ਕੀਤੇ ਵੀ ਇਹ ਰੱਖ ਲਓ ਰੱਖ ਲਓ। ਮੈਂ ਕਿਹਾ ਥੋੜੇ ਬਹੁਤ ਤੇ ਹਰ ਇੱਕ ਨਹੀਂ ਮਾਰੇ, ਮਸ਼ਹੂਰ ਜਿਹੜਾ ਵੀ ਹੋਇਆ ਕੁਛ ਨਾ ਕੋਈ ਬੰਦੇ ਤੇ ਮਾਰੇ, ਜਾਂ ਉਹ ਕੰਮ ਛੱਡ ਕੇ ਗਿਆ ਜਿਹਦਾ ਨਾਂ ਤੇ ਮਾਰੇ ਜਾਂਦੇ ਤੇ ਉਹ ਬਸ। ਹਾਂ ਉਹ ਐਵੇਂ ਉਹ ਵੱਡੇ ਦਾ ਨਾਂ ਚਾਨਣ ਹੈ ਤੇ ਉਹਨੇ ਕਿਹਾ ਕਿ ਨਹੀਂ ਚੰਗੇਜ਼ ਹੋਣਾ ਚਾਹੀਦਾ ਤੇ ਦੋ। ਵੈਸੇ ਇਹ ਕਾਫੀ ਇੱਕ ਇੰਟਰਸਟਿੰਗ ਸਬਜੈਕਟ ਹੈ ਕਿ ਲੋਕ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਂ, ਕਿਉਂਕਿ ਚੇਂਜ ਹੁੰਦੇ ਰਹਿੰਦੇ ਨੇ ਟ੍ਰੈਂਡ, ਤੁਸੀਂ ਵੇਖਿਆ ਹੋਣਾ ਸਾਡੇ ਵੱਡਿਆਂ ਦੇ ਨਾਂ ਕੁਛ ਹੋਰ ਹੁੰਦੇ ਸਨ ਤੇ ਸਾਡੀ ਜਨਰੇਸ਼ਨ 'ਚ ਹੋਰ ਸਨ, ਹੁਣ ਅਗਲੀ ਜਨਰੇਸ਼ਨ 'ਚ ਤੇ ਇਹ ਇੱਕ ਮੇਰੇ ਖਿਆਲ ਕਹਾਣੀ ਲਿਖਣ 'ਚ ਵੀ ਕਾਫੀ ਇਹ ਹਾਲਾਂਕਿ ਹਾਂ ਇਹਦੇ ਤੇ ਜ਼ਿਆਦਾ ਗੱਲ ਨਹੀਂ ਹੁੰਦੀ, ਕਾਫੀ ਇੰਪੋਰਟੈਂਟ ਚੀਜ਼ ਹੁੰਦੀ ਹੈ। ਬਾਅਦ ਦਫਾ ਤੁਸੀਂ ਕਿਰਦਾਰ ਦਾ ਨਾਂ ਰੱਖ ਲੈਂਦੇ ਹੋ, ਕਹਾਣੀ ਤੁਸੀਂ ਲਿਖੀ ਜਾ ਰਹੇ ਹੋ ਨਹੀਂ ਲਿਖੀ ਜਾਂਦੀ। ਬਾਅਦ ਦਫਾ ਨਾਂ ਸਹੀ ਰੱਖਿਆ ਜਾਏ ਨਾ ਅਗਰ, ਤੇ ਉਹ ਹੁਣ ਇਹਦਾ ਕੋਈ ਸਾਇੰਸ ਨਹੀਂ ਹੈ ਇਹਦੀ, ਮੈਨੂੰ ਨਹੀਂ ਪਤਾ ਕਿ ਇਹਦੀ ਸਾਇੰਸ ਕੀ ਹੈ, ਲੇਕਿਨ ਬਾਅਦ ਦਫਾ ਇੰਝ ਹੁੰਦਾ ਹੈ ਕਿ ਤੁਸੀਂ ਕੋਈ ਕਿਰਦਾਰ ਲਿਖ ਰਹੇ ਹੋ, ਨਾਂ ਉਹਦਾ ਰੱਖਿਆ ਹੈ, ਕੁਛ ਸਮਝ ਨਹੀਂ ਆ ਰਹੀ, ਤੇ ਬਾਅਦ ਦਫਾ ਇਹ ਤੁੱਕਾ ਵੀ ਲਾਇਆ ਜਾ ਸਕਦਾ ਕਿ ਨਾਂ ਬਦਲ ਕੇ ਵੇਖੋ, ਕਿਉਂਕਿ ਉਹ ਨਾਂ ਦੇ ਵਿੱਚ ਮਤਲਬ ਚੂੰਕਿ ਅਸਲ ਜ਼ਿੰਦਗੀ 'ਚ ਅਸੀਂ ਲੋਕਾਂ ਨੂੰ ਜਾਣਦੇ ਹਾਂ, ਉਹ ਨਾਂ ਸੁਣਦੇ ਹੀ ਸਾਡੇ ਜ਼ਿਹਨ 'ਚ ਪੂਰੇ ਦਾ ਪੂਰਾ ਬੰਦੇ ਦੀ ਕਹਾਣੀ, ਬੰਦੇ ਦਾ ਹੁਲੀਆ, ਉਹਦੀਆਂ ਆਦਤਾਂ, ਉਹਦੀਆਂ ਭੈੜੀਆਂ ਆਦਤਾਂ, ਸਾਰਾ ਕੁਝ ਆ ਜਾਂਦਾ। ਤੇ ਇਸੇ ਤਰ੍ਹਾਂ ਹੀ ਜ਼ਿਹਨ 'ਚ ਅਸੀਂ ਕਰੈਕਟਰ ਬਣਾਏ ਹੁੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਵੀ ਇੱਕ ਸੋਚੀ ਹੁੰਦੀ, ਤੇ ਅਗਰ ਉਹ ਆਪਣਾ ਉਹ ਤੁਸੀਂ ਨਾਂ ਜਿਹੜੇ ਨੇ ਉਹਦਾ ਸਹੀ ਅਗਰ ਬਾਅਦ ਦਫਾ ਕਿਰਦਾਰ ਦਾ ਮਿਲ ਜਾਏ ਤੁਹਾਨੂੰ, ਜਿਹਦੀ ਕਹਾਣੀ ਤੁਸੀਂ ਲਿਖ ਰਹੇ ਹੋ, ਤੇ ਉਹਦੇ ਨਾਲ ਕਾਫੀ ਸਾਰੀ ਮਦਦ ਮਿਲਦੀ ਹੈ। ਮੈਂ ਇੱਕ ਦਫਾ ਇੱਕ ਕਿਤਾਬ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ 1.5 ਸਾਲ ਹੋ ਗਿਆ ਤੇ ਉਹਦੇ 'ਚ ਇੱਕ ਖਤੂਨ ਮੇਨ ਕਰੈਕਟਰ ਸੀ, ਮਤਲਬ ਨਾਂ ਕੋਈ ਹੋਰ ਰੱਖਿਆ ਸੀ, ਉਹ ਤੁਰੇ ਹੀ ਨਾ, ਕੁਛ ਕਰੇ ਹੀ ਨਾ, ਮਤਲਬ ਨਾ ਉਹ ਲਿਖਿਆ ਜਾਵੇ, ਮਤਲਬ ਉਹ ਬੜਾ ਮਸਲਾ ਉਹ 1.5 ਸਾਲ ਫਸਿਆ ਰਿਹਾ। ਤੇ ਫਿਰ ਮੈਂ ਉਹਦਾ ਨਾਂ ਬਦਲਿਆ ਤੇ ਉਹਨੇ ਫਿਰ ਕੁਛ ਗੱਲਬਾਤ ਕੀਤੀ, ਉਹ ਸ਼ੁਰੂ ਕੀਤੀ ਕਹਾਣੀ, ਫਿਰ ਉਸ ਤੋਂ ਬਾਅਦ ਜਿਹੜੀ ਉਹ ਤੁਰ ਪਈ। ਔਰ ਬਾਅਦ ਤੁਹਾਡਾ ਨਾਂ ਆਪਣਾ ਸੋਨੀਆ, ਤੁਹਾਡਾ ਨਾਂ ਕਿਹਨੇ ਰੱਖਿਆ, ਉਹਦੀ ਵਜ੍ਹਾ ਕੀ? अच्छा, वैसे इंटरेस्टिंग गल है कि मैनू यही नहीं पता कि नाम जिहड़ा है किहड़े रीजन तो बिलोंग करता है, क्योंकि मेरी अम्मी इंटरनेशनल या ना है, इंटरनेशनल या ना है ना, काफी ज़बानां च मेरी अम्मी नूं भी यही शक सी कि इंडिया विच भी ये नाम रखदे ने, फिर क्रिश्चियन भी रखदे ने, फिर मुस्लिम भी रखदे ने, ते फिर यूनिवर्सल ही एक अपनी ओदी है, नाले हर डिफरेंट रीजन विच ना अदी डिफरेंट ही एदा मीनिंग है भी इंटरेस्टिंग गल है। ते पता नहीं की बैकग्राउंड से मेरी अम्मी नूं अच्छा लगदा सी, वैसे शायद पंजाबी विच ना सोना कहंदे हैं, ते मैं मैनूं शायद सोना सोना कहंदे होने ने, ਤੇ ਉਹਨਾਂ ਨੇ ਫਿਰ ਸੋਨੀਆ ਨਾਮ ਰੱਖ ਦਿੱਤਾ ਹੋਣਾ, ਮੈਨੂੰ ਵੈਸੇ ਨਹੀਂ ਪਤਾ ਜੀ। ਤੁਹਾਡਾ ਨਾਂ ਕਿਹਨੇ ਰੱਖਿਆ ਸੀ, ਇਹਦਾ ਕੀ ਮਤਲਬ? ਸਰ ਮੇਰਾ ਨਾਂ ਤੇ ਮੇਰੇ ਨਾਨਾ ਨੇ ਰੱਖਿਆ ਹੈਗਾ, ਤੇ ਮੇਰਾ ਨਾਂ ਘਰ ਦੇ ਰੱਖਦੇ ਹੀ ਨਹੀਂ, ਮੇਰਾ ਨਾਂ ਰਿੰਕੂ ਸੀਗਾ, ਤੇ ਮੈਨੂੰ ਬਹੁਤ ਤਕਲੀਫ ਸੀ ਕਿ ਮੇਰਾ ਵੱਡਾ ਨਾਂ ਰੱਖੋ, ਤੇ ਫਿਰ ਮੈਂ ਬਹੁਤ 10ਵੀਂ ਦੇ ਵਿੱਚ ਹੜਤਾਲ ਹੀ ਕਰਤੀ ਇੱਕ ਤਰੀਕੇ ਨਾਲ ਕਿ ਮੇਰਾ ਨਾਂ ਰੱਖੋ, ਨਹੀਂ ਤਾਂ ਮੈਂ ਜਾਣਾ ਜੁਣਾ ਨਹੀਂ ਸਕੂਲ ਹੈਗਾ। ਸਰ ਮੈਂ ਨਾ ਆਪਣੀ ਬੇਟੀ ਦਾ ਨਾਮ ਨਾ, ਮੈਂ ਆਪਣੀ ਬੇਟੀ ਦਾ ਨਾਮ ਨਾ ਸਰ ਰਾਵੀ ਰੱਖਿਆ,
ਰਾਵੀ ਉਹ ਅੱਛਾ ਸੋਹਣਾ ਨਾਂ ਰਾਵੀ ਉਹ ਪੰਜਾਬ ਦੇ ਜਿਹੜੇ 5 ਦਰਿਆ ਨੇ ਉਹਨਾਂ ਚੋਂ ਇੱਕੋ ਹੀ ਫੀਮੇਲ ਰਿਵਰ ਹੈ। ਉਹ ਮੈਨੂੰ ਲੱਗਦਾ ਪਤਾ ਨੀ ਕਿਉਂ ਇੰਨਾ ਘੱਟ ਨਾਂ ਯੂਜ਼ ਕੀਤਾ ਜਾਂਦਾ ਹੈ। ਅੱਛਾ ਹਾਂ ਹਾਂ ਸਾਡੇ ਨਹੀਂ ਸੋਹਣਾ ਨਾਂ ਹੈ बहुत ही प्यारा ਰਾਵੀ नाम है, ਸੋਹਣਾ वेरी ਨਾਂ। नाइस। ਨਸੀਬ ਥੈਂਕ ਯੂ ਨਸੀਬ ਬੇਟੀ ਦਾ ਅੱਛਾ ਕਰੇ, ਰਾਵੀ ਵਰਗਾ ਨਾ ਹੋਵੇ, ਨਸੀਬ ਅੱਛਾ ਕਰੇ। ਅੱਛਾ ਫਿਰ ਮੈਂ ਆਪਣੇ ਪਿੰਡਾਂ ਪੁੰਡਾਂ 'ਚ ਜਾ ਕੇ ਪੁੱਛਿਆ, ਉਹਨਾਂ ਦੇ ਰਾਵੀ ਦੇ ਕੰਢੇ ਹੀ ਪਿੰਡ ਨੇ ਉਹਨਾਂ ਦੇ। ਮੈਂ ਕਿਹਾ ਤੁਸੀਂ ਕਿਉਂ ਨਹੀਂ ਰੱਖਦੇ ਆਪਣਾ ਨਾਂ ਰਾਵੀ? ਉਹ ਕਹਿੰਦੇ ਸਾਡੇ ਉਹ ਜਦੋਂ ਉੱਥੇ ਥੀਮ ਟਾਊਨ ਬਣਿਆ ਨਾ, ਥੀਮ ਟਾਊਨ ਬਣਿਆ 15-20 ਸਾਲ ਪੁਰਾਣਾ, ਉਹ ਕਹਿੰਦੇ ਸਾਡੇ ਤਾਂ ਰਾਵੀ ਦੀ ਮਾਰ ਬਹੁਤ ਸੀ ਤੇ ਅਸੀਂ ਤੇ ਇਹਨੂੰ ਨਾਮ ਬਹੁਤ ਮਾੜਾ ਸਮਝਦੇ ਸੀ, ਰੱਖਦੇ ਨਹੀਂ ਆ। ਉੱਥੇ ਹੜ ਆਉਂਦੇ ਹੋਣਗੇ। ਹਾਂਜੀ ਹਾਂਜੀ ਜਾਸਰ ਸਾਹਿਬ, ਫਿਰ ਜਾਸਰ ਦਾ ਕੀ ਮਤਲਬ ਹੁੰਦਾ? ਜਾਸਰ ਸਾਹਿਬ ਹੈ ਜੀ ਸਰ। ਜਾਸਰ ਦਾ ਕੀ ਮਤਲਬ ਹੁੰਦਾ ਹੈ ਤੇ ਕਿਹਨੇ ਰੱਖਿਆ ਸਰ ਸੀ? ਸੋ ਮੇਰੀ ਅੰਮੀ ਦੀ ਇੱਕ ਕੁਲੀਗ ਸਨ, ਫਾਰਸੀ ਦੇ ਪ੍ਰੋਫੈਸਰ ਸਨ ਉਹ ਅੰਮੀ ਦੇ ਨਾਲ, ਤੇ ਉਹ ਉਹਨਾਂ ਦੇ ਕੋਈ ਬੱਚੇ ਨਹੀਂ ਸਨ ਤੇ ਉਹ ਬੜੇ ਸਪਿਰਿਚੁਅਲ ਸਨ, ਤੇ ਅੰਮੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਨਾਂ ਦੱਸੋ, ਤੇ ਉਹਨਾਂ ਨੇ ਕਿਹਾ ਜਾਸਰ, ਤੇ ਮੇਰੇ ਖਿਆਲ ਸੇ ਮੇਰੀ ਅੰਮੀ ਨੇ ਕਦੀ ਪੁੱਛਿਆ ਵੀ ਨਹੀਂ ਕਿ ਇਹਦਾ ਮਤਲਬ ਕੀ ਹੈ, ਲੇਕਿਨ ਇਹ ਵੇ ਕਿ ਮੈਨੂੰ ਘਰ ਨੇ ਕਿਹਾ ਸੀ ਕਿ ਇਹਦਾ ਮਤਲਬ, ਅੰਮੀ ਨੇ ਕਿਹਾ ਸੀ ਕਿ ਇਹਦਾ ਮਤਲਬ ਹੁੰਦਾ ਬਹਾਦਰ। ਫਿਰ ਮੈਨੂੰ ਨਾ ਅਮਰੀਕਾ ਵਿੱਚ 2013 ਵਿੱਚ ਇੱਕ ਲੜਕੀ ਮਿਲੀ ਇਸਰਾਈਲ ਤੋਂ, ਤੇ ਉਹਨੇ ਮੈਨੂੰ ਦੱਸਿਆ ਕਿ ਅਸਲ ਵਿੱਚ ਇਹ ਹਿਬਰੂ ਤੋਂ ਨਿਕਲਿਆ, ਜੁਸਰ ਜਿਹੜਾ ਅਰਬੀ 'ਚ ਵੀ ਹੈ, ਜੋ ਬ੍ਰਿਜ ਤੋਂ, ਤੇ ਇਹਦਾ ਮਤਲਬ ਜਿਹੜਾ ਉਹ ਪੁੱਲ ਹੈ ਬੇਸਿਕਲੀ ਨਾ, ਲੇਕਿਨ ਫਿਰ ਇੱਕ ਪੁੱਲ ਹੈ, ਬਟ ਇੱਕ ਪ੍ਰੋਫੈਸਰ ਮੈਨੂੰ ਕਿਹਾ ਕਿ ਇਹਦਾ ਜਿਹੜਾ ਰੂਟ ਹੈ ਉਹ ਸੇਮ ਹੈ ਵਰਡ ਜਸਾਰਤ ਨਾਲ ਵੀ, ਜਿਹੜਾ ਉਰਦੂ ਦਾ ਵਰਡ ਹੈ ਨਾ ਜਸਾਰਤ ਕਰਨਾ ਕਿਸੇ ਚੀਜ਼ ਦੀ, ਔਡੈਸਿਟੀ ਆਈ ਥਿੰਕ, तो ਉਹਦੇ ਨਾਲ ਵੀ ਇਹ ਮੀਨਿੰਗ ਸੇ, ਬਟ ਮੈਨੂੰ ਬ੍ਰਿਜ ਵਾਲਾ ਜ਼ਿਆਦਾ ਰਿਲੇਟੇਬਲ ਲੱਗਦਾ, ਤਾਂ ਹੀ ਅਸੀਂ ਸ਼ਬਾਜ਼ ਸ਼ਰੀਫ ਨੂੰ ਪਸੰਦ ਕਰਦੇ ਹਾਂ। ਉਹ ਓਵਰਹੈਡ ਬ੍ਰਿਜ, ਠੀਕ ਹੈ ਨਾ, ਪੁਲ ਬਣਾ ਦਿਓ ਹਰ ਜਗ੍ਹਾ। ਅਮਰ ਵੀ ਕਾਫੀ ਕਾਮਨ ਨਾਂ ਹੈ ਨਾ ਇੱਥੇ ਆਪਣਾ, ਅਮਰਜੀਤ ਆ ਜੀ ਮੇਰਾ ਨਾਮ, ਪਰ ਇਹਦੀ ਮੇਰੇ ਖਿਆਲ ਫਿਲਾਸਫੀ ਹੈਗੀ ਕਿ ਪੇਰੈਂਟਸ ਜਿਹੜੇ ਨੇ ਆਪਣੇ ਹਿਸਾਬ ਨਾਲ ਉਸ ਟਾਈਮ ਤੇ ਸੋਚ ਕੇ ਰੱਖਦੇ ਨੇ ਕਿ ਜੀ ਮੁੰਡਾ ਬਿਲਕੁਲ ਅਮਰ, ਔਰ ਜੀਤ ਮੀਨਸ ਵਿਕਟਰੀ ਹੋਏਗੀ। ਆਈ ਗੈਸ ਉਹਨਾਂ ਦੀ ਐਂਬਿਸ਼ਨ ਹੀ ਹੁੰਦੀ ਆ, ਔਰ ਅਖੀਰ ਚ ਬਣਦਾ ਬੰਦੇ ਦਾ ਕੀ ਆ, ਨੋਬਡੀ ਨੋਜ਼ ਦੈਟ। ਹਾਂ ਨਹੀਂ, ਉਹ ਲੋਕ ਆਪਣੀਆਂ ਜਿਹੜੀਆਂ ਨੇ ਰੀਝਾਂ ਵੀ, ਤੇ ਬਾਅਦ ਦਫਾ ਵੇਖਿਆ ਮੈਂ ਲੋਕਾਂ ਦਾ, ਉਹ ਆਪਣਾ ਜਿਹੜਾ ਸਾਰਾ ਕ੍ਰੀਏਟਿਵ એનર્ਜੀ ਹੁੰਦੀ ਉਹ ਵੀ ਬੱਚਿਆਂ ਦੇ ਨਾਂ ਰੱਖਣ 'ਚ ਉਹ ਪਾ ਛੱਡਦੇ ਨੇ। ਪ੍ਰਭੂਜੀਤ ਜੀ ਤੁਹਾਡਾ ਨਾਂ ਵੀ ਕੀ ਬੈਕਗ੍ਰਾਉਂਡ ਹੈ? ਸਰ ਪ੍ਰਭਜੋਤ ਨਾਮ ਮੰਮਾ ਨੇ ਰੱਖਿਆ ਮੇਰੇ ਲਈ, ਤੇ ਪ੍ਰਭ ਮੀਨਸ ਗॉड, ਜੋਤ ਲਾਈਟ, ਗॉड्स ਲਾਈਟ। ਅੱਛਾ ਹਾਂ, ਉਹ ਆਪਣਾ ਸਿਮਰਨ ਕਾਫੀ ਕਰਦੇ ਨੇ, ਪੂਜਾ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਦਾ ਮਤਲਬ ਜਪਜੀ ਸਾਹਿਬ ਹੋ ਗਿਆ, ਰਹਿਰਾ ਸਾਹਿਬ ਹੋ ਗਿਆ, ਤੇ ਉਹਨਾਂ ਦਾ ਇੱਧਰ ਬਹੁਤ ਧਿਆਨ ਹੈ, ਤੇ ਫਿਰ ਉਹਨਾਂ ਨੇ ਹੀ ਨਾਮ ਰੱਖਿਆ ਸੀ। ਸਹੀ, ਸੋਹਣਾ ਨਾਂ। ਬੀਬਾ ਤੁਹਾਡਾ ਕੀ ਆਪਣਾ ਨਾਂ ਹੈ? ਮੇਰਾ ਨਾਂ ਤੇ ਹੈਗਾ ਜੀ ਸਰਤਾਜ। ਸਰਤਾਜ ਜੀ। So my parents decided ਕਿ ਵੀ ਇੱਕੋ ਹੀ, they're going to have one kid, तो उन्होंने क्या, this is our crowning glory, पता नहीं हुन crowning glory सी कि नहीं, that's I have no idea। पर ਜਿਹੜਾ ਬੀਬਾ ਹੈ ਨਾ ਜੀ, ਸਾਡੇ ਘਰਾਂ ਦੇ ਵਿੱਚ ਕੁੜੀਆਂ ਦੇ ਨਾਂ ਨਹੀਂ ਨਾ ਲੈਂਦੇ, so it's always ਹਾਂ ਨਹੀਂ ਹਾਂ ਵੱਡੇ ਬੀਬਾ ਜੀ, ਛੋਟੇ ਬੀਬਾ ਜੀ, ਹਾਂ ਛੋਟੇ ਬੀਬਾ ਜੀ ਥੇ, ਤੇ you know that kind of, everybody is known as one some kind of ਬੀਬਾ। अच्छा so ਇਸ ਕਰਕੇ फ्रेंच में भी यूज होता है, हमारे ਸਾਨੂੰ ਉੱਥੇ ਕਹਿੰਦੇ ਬੀਬਾ ਬੱਚਾ। ਹਾਂ ਬੀਬਾ ਮਤਲਬ ਚੰਗਾ, ਆਪਣਾ ਫਰਮਾਬਰਦਾਰ, not necessarily ਤੁਹਾਡਾ ਨਾਂ ਜਿਹੜਾ ਤੁਹਾਡੀ characteristics ਨੂੰ depict ਕਰਦਾ, that's I was always been a revolting person। ਪਰ ਮੇਰੀ ਬੇਟੀ, my beti also, I call her Biba also, and ਸਾਡੇ ਘਰਾਂ ਦਾ ਰਿਵਾਜ ਹੀ ਹੈ, so you know, and her name is Jugnu, but I you know she goes by Biba। ਅੱਛਾ, ਇਹ ਵੀ ਵੈਸੇ ਦੇਖਿਆ ਹੋਣਾ ਤੁਸੀਂ ਕਿ ਜਨਰੇਸ਼ਨਾਂ 'ਚ ਜੈਂਡਰ ਜਿਹੜੇ ਨੇ ਨਾਵਾਂ ਦੇ ਉਹ ਵੀ ਚੇਂਜ ਹੋ ਗਏ ਨੇ। ਸਰਤਾਜ ਹੁਣ ਅੱਜ ਕੱਲ੍ਹ ਆਮ ਤੌਰ ਤੇ ਬੰਦਿਆਂ ਦਾ ਨਾਂ ਹੁੰਦਾ, ਲੇਕਿਨ ਕਈ ਤੁਸੀਂ ਨਾਂ ਵੇਖੋਗੇ ਪਹਿਲੇ ਔਰਤਾਂ ਦੇ ਨਾਂ ਹੁੰਦੇ ਸਨ, ਹੁਣ ਬੰਦਿਆਂ ਦੇ ਨਾਂ ਹੁੰਦੇ ਨੇ, ਪਹਿਲੇ ਬੰਦਿਆਂ ਦੇ ਹੁੰਦੇ ਸਨ, ਹੁਣ ਕਈ ਅਜੇ ਵੀ ਨੇ ਜਿਹੜੇ ਦੋਵਾਂ ਪਾਸੇ ਜਿਹੜੇ ਚੱਲਦੇ ਰਹਿੰਦੇ ਨੇ। ਮੈਂ ਵੀ ਬਚਪਨ ਪੁੱਛਿਆ ਕਿ ਮੇਰਾ ਨਾਂ ਹਨੀਫ ਕਿਉਂ ਰੱਖਿਆ, ਨਾਂ ਪਸੰਦ ਨਹੀਂ ਸੀ। ਮੈਂ ਕਿਹਾ ਕਿ ਇਹ ਕੀ ਨਾਂ ਹੋਇਆ, ਤੇ ਉਹ ਕਹਿੰਦੇ ਨੇ ਤੇਰੇ ਤੋਂ ਪਹਿਲੇ ਇੱਕ ਮੁੰਡਾ ਹੋਇਆ ਸੀ, ਉਹਦਾ ਨਾਂ ਨਹੀਂ ਰੱਖਿਆ ਸੀ, ਤੇ ਉਹ ਮਰ ਗਿਆ, ਫਿਰ ਤੂੰ ਆ ਗਿਆ, ਤੇ ਅਸੀਂ ਨਵਾਂ ਨਾਂ ਨਹੀਂ ਸੋਚਿਆ, ਤੇਰਾ ਨਾਂ ਉਹੀ ਰੱਖ ਛੱਡਿਆ।
ਤੇ ਇਸ ਤਰ੍ਹਾਂ ਦੀਆਂ ਵੀ ਕਹਾਣੀਆਂ ਹੁੰਦੀਆਂ ਨੇ ਨਾਵਾਂ ਪਿੱਛੇ। ਬਹਰਹਾਲ ਐਨੀਵੇ ਅਸੀਂ ਕਹਾਣੀ ਲਿਖਣੀਆਂ ਨੇ, ਕਹਾਣੀ ਦੀ ਗੱਲ ਕਰਨੀ। ਜ਼ੁਬੈਰ ਸਾਹਿਬ ਨਹੀਂ ਹੈਗੇ ਕਲਾਸ 'ਚ, ਉਹਨਾਂ ਨੇ ਮੈਨੂੰ ਇੱਕ ਕਲੈਕਸ਼ਨ ਭੇਜੀ, ਉਹ ਪੰਜਾਬੀ ਮਤਲਬ ਮੁਖਤਲਿਫ ਰਾਈਟਰਾਂ ਦੀ ਉਹਦੇ 'ਚ ਕਹਾਣੀਆਂ ਸ਼ਾਮਲ ਨੇ, ਔਰ ਮੈਂ ਕੁਛ ਪੜ੍ਹ ਰਿਹਾ ਸਾਂ ਤੇ ਮੈਂ ਇਹ ਸੋਚ ਰਿਹਾ ਸਾਂ ਕਿ ਕਹਾਣੀ ਜਿਹੜੀ ਹੈ ਉਹ ਸ਼ੁਰੂ ਲੋਕ ਕਿਵੇਂ ਕਰਦੇ ਨੇ ਤੇ ਕਿਸ ਤਰ੍ਹਾਂ ਕਰਦੇ ਨੇ। ਉਹਦੇ ਤੋਂ ਬੜੇ ਤਰੀਕੇ ਨੇ ਸ਼ੁਰੂ ਕਰਨ ਦੇ, ਕੋਈ ਸੈੱਟ ਫਾਰਮੂਲਾ ਨਹੀਂ ਹੈਗਾ। ਲੇਕਿਨ ਇੱਕ ਕਹਾਣੀ ਨੂੰ ਵੇਖਣ ਦਾ ਇਹ ਵੀ ਤਰੀਕਾ ਹੈ ਕਿ ਬਈ ਉਹ ਗੱਲ ਹੈ ਜਿਹੜੀ ਤੁਹਾਨੂੰ ਪਤਾ ਹੈ ਤੇ ਤੁਸੀਂ ਬਾਕੀ ਲੋਕਾਂ ਨੂੰ ਉਹ ਸੁਣਾਉਣੀ। ਉਹ ਸੁਣਾਉਣ ਦਾ ਇੱਕ ਬੇਸਿਕ ਜਿਹਾ ਤਰੀਕਾ ਇਹ ਹੁੰਦਾ ਹੈ ਕਿ ਬਚਪਨ 'ਚ ਕਹਾਣੀਆਂ ਜੇ ਸੁਣੀਆਂ ਹੋਣ ਵੱਡਿਆਂ ਕੋਲੋਂ, ਉਹ ਉਹਨਾਂ ਕੋਲ ਇਨਫੋਰਮੇਸ਼ਨ ਪੂਰੀ ਹੁੰਦੀ ਹੈ, ਲੇਕਿਨ ਉਹ ਰੱਖ ਕੇ ਥੋੜ੍ਹੀ ਥੋੜ੍ਹੀ ਤੁਹਾਨੂੰ ਦਿੰਦੇ ਨੇ ਤਾਂ ਕਿ ਤੁਹਾਡਾ ਜਿਹੜਾ ਹੈ ਉਹ ਇਨਵੋਲਵਮੈਂਟ ਬਰਕਰਾਰ ਰਵੇ। ਤੁਸੀਂ ਅਗਲਾ ਸਫ਼ਾ ਪੜ੍ਹਦੇ ਰਹੋ, ਤੁਸੀਂ ਕੰਨ ਲਾ ਕੇ ਸੁਣਦੇ ਰਹੋ ਵੀ ਇਸ ਤੋਂ ਬਾਅਦ ਅੱਗੇ ਕੀ ਹੋਣਾ। ਤੇ ਉਹ ਮੈਂ ਇੱਕ, ਤੁਸੀਂ ਬਚਪਨ ਜਿਹੜੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਉਹ ਆਮ ਤੌਰ ਤੇ ਇਸ ਤਰ੍ਹਾਂ ਸ਼ੁਰੂ ਹੁੰਦੀਆਂ ਨੇ ਉਰਦੂ 'ਚ ਕਿ ਇੱਕ ਦਫਾ ਦਾ ਜ਼ਿਕਰ ਥਾ, ਬਾਜ਼ ਦਫਾ ਹੁੰਦਾ ਹੈ ਕਿ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਵਨਸ ਅਪੋਨ ਅ ਟਾਈਮ। ਤੇ ਇਸ ਤਰ੍ਹਾਂ ਜਿਹੜੇ ਪੰਜਾਬੀ 'ਚ ਅਸੀਂ ਸੁਣਦੇ ਹੁੰਦੇ ਸਨ ਕਹਾਣੀਆਂ, ਉਹ ਆਮ ਤੌਰ ਤੇ ਇੰਝ ਹੀ ਸ਼ੁਰੂ ਹੁੰਦੀਆਂ ਸਨ ਕਿ ਇੱਕ ਸੀ ਬਾਦਸ਼ਾਹ ਜਾਂ ਇੱਕ ਸੀ ਰਾਣੀ, ਇਸ ਤਰ੍ਹਾਂ ਦੇ ਹੁੰਦੇ ਸਨ। ਉਹ ਮੁਖਤਲਿਫ ਜ਼ੁਬਾਨਾਂ 'ਚ ਇਸੇ ਚੀਜ਼ ਨੂੰ ਕਈ ਤਰੀਕਿਆਂ ਨਾਲ ਜਿਹੜਾ ਹੈ ਨਾ ਉਹ ਲੋਕ ਦੱਸਦੇ ਰਹੇ ਨੇ। ਮੈਂ ਵੇਖ ਰਿਹਾ ਸਾਂ ਉੱਥੇ ਪੜ੍ਹਿਆ ਸੀ ਵੀ ਇਹ ਜਿਸ ਤਰ੍ਹਾਂ ਇਹ ਹੈ ਨਾ ਗੱਲ ਬਣੀ ਕਿ ਵਨਸ ਅਪੋਨ ਅ ਟਾਈਮ, ਇਹ ਮੁਖਤਲਿਫ ਜ਼ੁਬਾਨਾਂ 'ਚ ਇਹਨੂੰ ਕਈ ਤਰੀਕਿਆਂ ਨਾਲ ਕਿਹਾ ਜਾਂਦਾ। ਤੇ ਉਹ ਅਰਬੀ 'ਚ ਫॉर एग्जांपल ਜਿਹੜੀ ਪੁਰਾਣੀ ਅਰਬੀ ਹੁੰਦੀ ਸੀ ਉਹਦੇ 'ਚ ਉਹਨੂੰ ਕਹਿੰਦੇ there was or there wasn't in the oldest of days and ages and times। ਇਹ ਉਹ ਹੀ ਤਰੀਕਾ ਹੈ ਜਿਹਨੂੰ ਅਸੀਂ ਕਹਿੰਦੇ ਸਾਂ ਕਿ ਇੱਕ ਦਫਾ ਦਾ ਜ਼ਿਕਰ ਹੈ, ਠੀਕ ਹੈ ਨਾ। ਬਾਜ਼ ਦਫਾ ਸ਼ੁਰੂ ਕਰਦੇ ਨੇ ਕਿ ਹੈ ਵੀ ਸੀ ਤੇ ਨਹੀਂ ਵੀ ਸੀ, ਇੱਕ ਦਫਾ ਦਾ ਜ਼ਿਕਰ ਹੈ ਔਰ ਇੱਕ ਦਫਾ ਦਾ ਨਹੀਂ ਵੀ ਹੈ। ਇਹ ਵੀ ਕਾਫੀ ਜ਼ੁਬਾਨਾਂ 'ਚ ਹੁੰਦਾ ਹੈ। ਇਹ ਵੀ ਕਾਫੀ ਜ਼ੁਬਾਨਾਂ 'ਚ ਇੰਝ ਹੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਦਫਾ ਇੱਕ ਸੀ ਬਾਦਸ਼ਾਹ। फिर कुछ जमाना जैन शुरू होता है कि बियॉन्ड 7 माउंटेन रेंजेस, बियॉन्ड 7 रिवर्स, कि 7 दरियावां तो दूर 7 पहाड़ां तो अगे एक दुनिया सी। एक मजेदार शुरू होंदी है वो इस तरह दी होंदी है कि इन अ टाइम ऑलरेडी लॉन्ग पास व्हेन इट स्टिल यूज्ड टू कास्ट अ स्पेल। बहुत पुराने जमाने दी जिक्र है जदों के जादू टूने का कोई फायदा हुंदा सी। ਤੇ ਮੈਂ ਸਿਰਫ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ, ਤੁਸੀਂ ਵੀ ਕਹਾਣੀਆਂ ਪੜ੍ਹਦੇ ਰਹੇ ਹੋਵੋਗੇ, ਨਾਵਲ ਪੜ੍ਹਦੇ ਰਹੇ ਹੋਵੋਗੇ, ਕੋਈ ਐਸੀ ਕੋਈ ਐਸੀ ਕਹਾਣੀ, ਕੋਈ ਐਸੀ ਕੋਈ ਪੜ੍ਹਿਆ ਹੋਵੇ, ਕਿੱਸਾ ਪੜ੍ਹਿਆ ਹੋਵੇ ਜਿਹਦੀ ਤੁਹਾਨੂੰ ਓਪਨਿੰਗ ਯਾਦ ਰਹਿ ਗਈ ਹੋਵੇ? ਕਿਉਂਕਿ ਬਾਜ਼ ਦਫਾ ਇੰਝ ਹੁੰਦਾ ਹੈ ਕਿ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ, ਤੁਸੀਂ ਖੁੱਲਦੇ ਹੋ ਤੇ ਉਹ ਪਹਿਲੀਆਂ 2-4 ਲਾਈਨਾਂ ਪੜ੍ਹ ਕੇ ਹੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਹੈ ਨਾ ਇਹ ਪੜ੍ਹਨ ਵਾਲੀ ਸ਼ੈ, ਜਿਹਨੂੰ ਟੇਸਟ ਨਹੀਂ ਕਰਦੇ ਕਿਸੇ ਕੋਈ ਮਤਲਬ ਕੋਈ ਡਿਸ਼ ਪਈ ਹੋਵੇ, ਕੋਈ ਨਵਾਂ ਖਾਣਾ ਪਿਆ ਹੋਵੇ, ਕੋਈ ਦੇਗ ਖੁੱਲੀ ਹੋਵੇ, ਕੋਈ ਉਸ ਤਰ੍ਹਾਂ ਦਾ ਹੋਵੇ, ਪਹਿਲੀ ਬੁਰਕੀ ਲੈ ਕੇ ਬੰਦੇ ਨੂੰ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਮੇਰਾ ਖਿਆਲ ਉਹ ਵੀ ਜਿਹੜੀ ਪਹਿਲੀ ਲਾਈਨ ਜੋ ਓਪਨਿੰਗ ਹੁੰਦੀ ਸੀ ਸ਼ਾਇਦ ਉਹ ਵੀ ਬਾਜ਼ ਦਫਾ ਤੁਹਾਨੂੰ ਮਤਲਬ ਜਿਹੜਾ ਹੈ ਉਹ ਕੋਈ ਸਮਝ ਨਹੀਂ ਆਉਂਦੀ, ਬਾਜ਼ ਦਫਾ ਤੁਹਾਨੂੰ ਫੜ ਲੈਂਦੀ, ਬਿਲਕੁਲ ਬਹਾ ਲੈਂਦੀ ਕਿ ਨਹੀਂ ਵੀ ਹੁਣ ਮੈਂ ਉਹ ਤੇ ਇਹਦੇ ਤੇ ਇਹਦਾ ਅਗੇਨ ਇਸ ਤਰ੍ਹਾਂ ਮੈਂ ਕਿਹਾ ਕੋਈ ਫਾਰਮੂਲਾ ਨਹੀਂ, ਉਹ ਬਹੁਤ ਮੈਂ ਤੁਹਾਨੂੰ ਕੁਝ ਮਿਸਾਲਾਂ ਦਿਆਂਗਾ ਪੰਜਾਬੀ ਦੀਆਂ ਕਹਾਣੀਆਂ 'ਚ। ਲੇਕਿਨ ਉਸ ਤੋਂ ਪਹਿਲੇ ਮੈਂ ਇੰਟਰਸਟਿਡ ਸਾਂ ਤੁਹਾਨੂੰ ਕੋਈ ਸ਼ੈ ਯਾਦ ਹੈ, ਕਿਸੇ ਨੂੰ ਕਦੀ ਕੋਈ ਸ਼ੈ ਪੜ੍ਹੀ ਹੋਵੇ ਕਿਸੇ ਵੀ ਜ਼ਬਾਨ ਦੀ, ਪੰਜਾਬੀ, ਸਿੰਧੀ, ਫਾਰਸੀ, ਜਿਹੜੀ ਵੀ ਜ਼ਬਾਨਾਂ ਤੁਸੀਂ ਪੜ੍ਹਦੇ ਹੋ? ਮੁਸ਼ਰਫ ਸਾਹਿਬ ਕੋਈ ਯਾਦ ਹੈ ਤੁਹਾਨੂੰ ਓਪਨਿੰਗ ਕਿਸੇ ਸ਼ੈ ਦੀ? ਯਾਦ ਤਾਂ ਨਹੀਂ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਇਸ ਲੈਕਚਰ ਦੇ ਵਿੱਚ ਤੁਸੀਂ ਸਾਨੂੰ ਇੱਕ ਜਿਹੜਾ ਵਾ ਕਿਸੇ ਵੀ ਕਹਾਣੀ ਨੂੰ ਅਸੀਂ ਉਹਦਾ ਸ਼ੁਰੂਆਤ ਜਿਹੜੀ ਹੈ ਉਹਨੂੰ ਦੇਖਣਾ ਹੈ। ਮੈਂ ਅਬਦੁੱਲਾ ਹੁਸੈਨ ਦਾ ਨਾਵਲ ਹੈ ਵੇ ਉਦਾਸ ਨਸਲਿਨ, ਉਹਦੀ ਜਿਹੜੀ ਸ਼ੁਰੂਆਤ ਹੈ ਉਹ ਮੇਰੇ ਜ਼ਿਹਨ 'ਚ ਸੀਗੀ, ਉਹ ਕੁਦਰਤੀ ਮੈਨੂੰ ਮੇਰੇ ਸਾਹਮਣੇ ਵੀ ਆ ਗਿਆ ਤੇ ਮੈਂ ਉਹਦੇ ਜਿਹੜਾ ਪਹਿਲਾ
ਪੈਰਾ ਹੈ ਵੇ ਜਿਵੇਂ ਉਹਨੇ ਸ਼ੁਰੂ ਕੀਤਾ ਵਾ ਉਹ ਮੈਂ ਪੜ੍ਹ ਦਿੰਦਾ ਤੇ ਮੈਂ ਪੰਜਾਬ ਉਹਨੂੰ ਜਿਹੜਾ ਵਾ ਮੈਂ ਸਮਝ ਆ ਜਾਏਗੀ ਸਾਰਿਆਂ ਨੂੰ, ਉਹ ਸਾਂਝੀ जी हाँ सुनो। जी जी सुना। सारा गांव, हाँ जी, सारा गांव मुश्किल से 100 घरों पर मुश्तमिल था। इस गांव का नाम रोशनपुर था। ये रास्ते से हटकर वाक़ था और कोई कच्ची या पक्की सड़क भी यहाँ तक ना आती थी। उस तरफ के देहात में आमदोरफ्त का सिलसिला अक्कों टांगों पर या पैदल चल के तय होता था। टूटी फूटी टेढ़ी मेढ़ी पगडंडियां थी जो कसरत से एक दूसरे को काटती थी। अक्सर औकात ऐसा होता कि कच्ची यादाश्त वाले मुसाफिर और इक्काबान गलत रास्ते पर पड़ जाते थे और किसी अजनबी गांव में पहुंचकर परेशानी उठाते थे। मगर ये रोज की बात थी और गांव वालों को ऐसे मुसाफिरों के साथ खंदा पेशानी से पेश आने की आदत सी पड़ गई थी। बाज़ औकात इन लोगों को पहर दोपहर सताने के लिए खाट और प्यास बुझाने के लिए लस्सी पानी भी मिल जाता था। तो एक पहला पैरा है वो जो ने शुरू किया ਤੇ ਇਹ ਇੱਕ ਕਲਾਸਿਕਲ ਮਤਲਬ ਮਿਸਾਲ ਹੈ ਕਿ ਤੁਸੀਂ ਕਹਾਣੀ ਸ਼ੁਰੂ ਕਰਨ ਤੋਂ ਪਹਿਲੇ, ਕੋਈ ਬੰਦਾ ਦਿਖਾਉਣ ਤੋਂ ਪਹਿਲੇ, ਕੋਈ ਕਿਰਦਾਰ ਦਿਖਾਉਣ ਤੋਂ ਪਹਿਲੇ ਤੁਸੀਂ ਇੱਕ ਜਗ੍ਹਾ ਵਿਖਾਉਂਦੇ, ਮੁਕਾਮ ਜਿੱਥੇ ਕਹਾਣੀ ਹੈ ਉਹ ਬਣ ਰਹੀ ਹੈ, ਤੇ ਤੁਹਾਨੂੰ ਪਹਿਲੇ ਉਹਦੇ 'ਚ ਪਤਾ ਲੱਗ ਗਿਆ ਹੈ ਕਿ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਦੁਨੀਆ ਤੋਂ ਕੱਟਿਆ ਹੋਇਆ ਹੈ ਔਰ ਐਡਾ ਕੁ ਰਾਹ ਤੋਂ ਹਟਿਆ ਹੋਇਆ ਹੈ ਕਿ ਉੱਥੇ ਕਦੀ ਕਦੀ ਲੋਕ ਜਿਹੜੇ ਨੇ ਰਾਹ ਭੁੱਲ ਕੇ ਵੀ ਆ ਜਾਂਦੇ ਨੇ। ਔਰ ਜਨਰਲੀ ਤੁਹਾਨੂੰ ਹਾਂ ਇਹ ਵੀ ਹਾਂ ਸੀਨ ਕਿ ਪਹਿਲੇ ਤੁਸੀਂ ਜਿਹੜੀ ਹੈ ਨਾ ਇੱਕ ਮਾਹੌਲ, ਇੱਕ ਜਗ੍ਹਾ ਔਰ ਨਾਲ ਹੀ ਮੇਰਾ ਖਿਆਲ ਹੈ ਪਹਿਰੇ 'ਚ ਲੋਕਾਂ ਦਾ ਮਿਜ਼ਾਜ ਵੀ ਤੁਹਾਨੂੰ ਥੋੜਾ ਜਿਹਾ ਸਮਝ ਆ ਜਾਂਦਾ ਹੈ ਕਿ ਭੁੱਲ ਭੁਲਾ ਕੇ ਲੋਕ ਆ ਜਾਂਦਾ ਹੈ, ਉਹਦੇ ਨਾਲ ਲੋਕ ਚੰਗਾ ਕਰਦੇ ਨੇ ਤੇ ਚੰਗਾ ਕਰਦੇ ਨੇ। ਤੇ ਇੱਕ ਕੁਆਇਟ ਜਿਹਨੂੰ ਕਹਿੰਦੇ ਨੇ ਇੱਕ ਚੁੱਪ ਚਪੀਤੀ ਹਲਕੇ ਸੁਰਾਂ 'ਚ ਉਹਨਾਂ ਨੇ ਕਹਾਣੀ ਆਪਣੀ ਸੁਣਾਉਣੀ ਸ਼ੁਰੂ ਕੀਤੀ ਹੈ ਕਿ ਵੀ ਇਹ ਸਾਡਾ ਪਿੰਡ ਹੈ ਤੇ ਇੱਥੇ ਮੇਰੀ ਕਹਾਣੀ ਚੱਲੇਗੀ। ਔਰ ਉਹਦੇ ਨਾਲ ਇਹ ਵੀ ਤੁਹਾਨੂੰ ਪਤਾ ਲੱਗਦਾ ਹੈ ਕਿ ਮੇਰੇ ਖਿਆਲ ਕਿੰਨੀ 700 ਸਫ਼ਿਆਂ ਦੀ ਕਿਤਾਬ ਤੇ ਹੋਣੀ ਉਦਾਸ ਨਸਲੇ ਨਾ 6-7 ਹਾਂ ਤੇ ਉਹ ਬਹੁਤ ਲੰਮਾ ਤੇ ਵੱਡਾ ਨੋਵਲ ਹੈ ਤੇ ਉਹਦੇ ਨਾਲ ਇਹ ਵੀ ਹੈ ਕਿ ਉਹ ਆਪਣਾ ਆਹਿਸਤਾ ਆਹਿਸਤਾ ਪੇਸ ਲੈ ਕੇ ਉਹ ਆਪਣਾ ਤੁਰ ਰਹੇ ਨੇ। ਸਤਿੰਦਰ ਜੀ ਤੁਹਾਨੂੰ ਕੋਈ ਯਾਦ ਹੈ ਕੋਈ ਓਪਨਿੰਗ ਕਿਸੇ ਸ਼ਾਇਰ ਦੀ ਤੁਸੀਂ ਪੜ੍ਹੀ ਹੋਵੇ? ਸਰ ਯਾਦ ਤਾਂ ਨਹੀਂ ਆ, ਪਰ ਉਹ ਤੁਸੀਂ ਕਿਹਾ ਸੀਗਾ ਤੇ ਫਿਰ ਮੈਨੂੰ ਇੱਕ ਮੰਟੋ ਦੀ ਇੱਕ ਮੇਰੇ ਕੋਲ ਪੰਜਾਬੀ ਅਨੁਵਾਦ ਪਿਆ ਸੀ ਤੇ ਉਹ ਮੰਟੋ ਬਹੁਤ, ਕਿਉਂਕਿ ਉਹ ਤੇ ਬਹੁਤ ਬੇਬਾਕ ਹੈ ਤੇ ਉਹ ਫਿਰ ਤੁਹਾਨੂੰ ਪਹਿਲਾਂ ਹੀ ਉਹ ਕਰ ਦਿੰਦਾ ਤਿਆਰ। ਤੇ ਉਹਦੀ ਇੱਕ ਕਾਲੀ ਸਲਵਾਰ ਹੈ, ਉਹ ਫਿਰ ਮੈਂ ਅੱਜ ਪੜ੍ਹ ਲਈ ਐਕਚੁਅਲੀ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਪੜ੍ਹ ਦਿੰਦਾ ਐਕਚੁਅਲੀ ਥੋੜਾ ਜਿਹਾ। ਉਹ ਪਹਿਲੀਆਂ 2-3 ਲਾਈਨਾਂ ਪੜ੍ਹ ਦਿਓ। ਹਾਂ ਉਹ ਐਕਚੁਅਲੀ ਹੈ ਪ੍ਰੋਸਟੀਟਿਊਟ ਦੀ ਲਾਈਫ ਤੇ ਹੈ। ਉਹ ਫਿਰ ਦਿੱਲੀ ਆਉਣ ਤੋਂ ਪਹਿਲਾਂ ਉਹ ਅੰਬਾਲੇ ਛਾਉਣੀ ਵਿੱਚ ਸੀ ਜਿੱਥੇ ਕਈ ਗੋਰੇ ਉਸਦੇ ਗਾਹਕ ਸਨ। ਉਹਨਾਂ ਗੋਰਿਆਂ ਨੂੰ ਮਿਲਣ ਜੁਲਣ ਦਾ ਕਾਰਨ ਉਹ ਅੰਗਰੇਜ਼ੀ ਦੇ 10-15 ਵਾਕ ਸਿੱਖ ਗਈ ਸੀ। ਉਹਨਾਂ ਨੂੰ ਆਮ ਗੁਫ਼ਤਗੂ ਵਿੱਚ ਇਸਤੇਮਾਲ ਨਹੀਂ ਕਰਦੀ ਸੀ, ਲੇਕਿਨ ਜਦੋਂ ਦਿੱਲੀ ਵਿੱਚ ਆਈ ਤੇ ਉਸਦਾ ਕਾਰੋਬਾਰ ਨਾ ਚੱਲਿਆ। ਇੱਥੇ ਇੱਕ ਦਿਨ ਆਪਣੀ ਗੁਆਂਢਣ ਤਮਚਾ ਜਾਨ ਨੂੰ ਕਿਹਾ ਦਿਸ ਲਾਈਫ ਵੈਰੀ ਬੈਡ, ਅਰਥਾਤ ਇਹ ਜ਼ਿੰਦਗੀ ਬਹੁਤ ਬੁਰੀ ਹੈ। ਜਦੋਂ ਕਿ ਖਾਣ ਠੀਕ ਇਹ ਦੇਖੋ ਇਹ ਹੁਣ ਬਿਲਕੁਲ ਹੋਰ ਤਰ੍ਹਾਂ ਦੀ ਓਪਨਿੰਗ ਹੈ ਨਾ। ਸਿੱਧਾ ਕਿ ਇੱਕ ਔਰਤ ਹੈ, ਉਹਨੇ ਇੱਕ ਸ਼ਹਿਰ ਛੱਡਿਆ ਹੈ, ਦੂਸਰੇ 'ਚ ਆਈ ਹੈ, ਉਹ ਉੱਥੋਂ ਕੋਈ ਇਲਮ ਲੈ ਕੇ ਆਈ ਹੈ ਅੰਗਰੇਜ਼ੀ ਲਫ਼ਜ਼ਾਂ ਦਾ, ਔਰ ਇੱਥੇ ਆ ਕੇ ਉਹਦਾ ਕੰਮ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਤੇ ਨਾਲ ਹੀ ਕ੍ਰਾਈਸਿਸ ਸ਼ੁਰੂ ਹੋ ਗਿਆ। ਤੇ ਕਹਾਣੀ ਜਿਹੜੀ ਹੈ ਪਹਿਲੇ 3-4 ਜੁਮਲਿਆਂ 'ਚ ਤੁਹਾਨੂੰ ਮੇਨ ਕਿਰਦਾਰ ਦਾ ਵੀ ਪਤਾ ਲੱਗ ਗਿਆ, ਉਹਦੇ ਸਫ਼ਰ ਦਾ ਵੀ ਪਤਾ ਲੱਗ ਗਿਆ, ਔਰ ਇਹ ਵੀ ਪਤਾ ਲੱਗ ਗਿਆ ਕਿ ਇਹ ਕਿਸੇ ਹੁਣ ਮੁਸ਼ਕਿਲ 'ਚ ਪਈ ਹੈ। ਤੇ ਅਸੀਂ ਅਗਰ ਫੌਰਨ ਇੰਟਰਸਟ ਹੋ ਜਾਵਾਂਗੇ ਕਿ ਹੁਣ ਜਿਹੜਾ ਮਸਲਾ ਹੈ ਇਹਦਾ, ਇਹ ਮਸਲੇ ਦਾ ਹੱਲ ਅੱਗੇ ਕਿੱਥੇ ਹੋਏਗਾ, ਇਹਦਾ ਦਿੱਲੀ 'ਚ ਹੁਣ ਗੁਜ਼ਾਰਾ ਕਿਵੇਂ ਹੋਵੇਗਾ। ਤੇ ਇਹ ਜਿਹੜੀ ਪਹਿਲੇ ਮੁਸ਼ਰਫ ਸਾਹਿਬ ਨੇ ਉਦਾਸ ਨਸਲੇ ਦੀ ਓਪਨਿੰਗ ਦੱਸੀ ਸੀ, ਇਹ ਉਹਦੇ ਤੋਂ ਬਿਲਕੁਲ ਮੁਖਤਲਿਫ ਤਰ੍ਹਾਂ ਦੀ ਓਪਨਿੰਗ ਹੈ। ਜਾਸਰ ਤੁਹਾਨੂੰ ਕੋਈ ਸ਼ਾਇਰ ਯਾਦ ਹੈ? ਜੀ ਸਰ ਮੈਨੂੰ 3 ਨੋਵਲ ਨੇ ਜਿਨ੍ਹਾਂ ਦੀ ਓਪਨਿੰਗ ਲਾਈਨ ਬਹੁਤ ਹਲੇ ਤੱਕ ਯਾਦ ਹੈ। ਕਈ ਸਾਲਾਂ ਤੱਕ ਮੈਂ ਇੱਕ ਦੀ ਸ਼ੇਅਰ ਕਰਦੇ ਨਾ, ਦ ਸਟ੍ਰੇਂਜਰ ਜਿਹੜਾ ਹੈ ਉਹਨਾਂ ਦਾ ਐਲਬਰਟ ਕੈਮਸ ਦਾ, ਉਹਦੀ ਜਿਹੜੀ ਓਪਨਿੰਗ ਲਾਈਨ ਹੈ, ਮਦਰ ਡਾਈਡ ਟੂਡੇ or maybe yesterday, I can't be sure. The telegram from the home says, your mother passed away, funeral tomorrow, deep sympathy, which leaves the matter doubtful. It could have been yesterday. So ਇਹ ਜਿਹੜਾ
opening passage hai, I think this is one of my favorite opening passages. ਐਂਡ ਕਿਉਂ ਹੈ ਫੇਵਰਿਟ, ਇਹਦੀ ਕੀ ਸ਼ੈ ਹੈ ਜਿਹੜੀ ਤੁਹਾਨੂੰ ਮਤਲਬ ਯਾਦ ਰਹਿ ਗਈ? ਯਾਦ ਇਸ ਲਈ ਕਿਉਂਕਿ ਨੋਵਲ ਦਾ ਇਹ ਇੱਕ ਮਸਲਾ ਹੁੰਦਾ ਕਿ ਤੁਹਾਨੂੰ ਕਹਾਣੀ ਰਫਲੀ ਯਾਦ ਰਹਿੰਦੀ ਹੈ ਪਰ ਤੁਹਾਨੂੰ ਕੋਈ ਪਾਰਟਿਕੂਲਰ ਡਿਟੇਲ ਇੰਨੀ ਯੂਜੂਅਲੀ ਨਹੀਂ ਯਾਦ ਰਹਿੰਦੀ। ਬਟ ਇਹ ਵੇ ਕਿ ਇਹ ਨੋਵਲ ਜਦੋਂ ਤੁਸੀਂ ਖੋਲਦੇ ਵੀ ਹੋ ਤੇ ਤੁਹਾਨੂੰ ਤੁਸੀਂ ਇੱਕ ਰਿਲੈਕਸ ਮੂਡ ਵਿੱਚ ਪੜ੍ਹ ਰਹੇ ਹੁੰਦੇ ਹੋ ਕਿ ਆਹਿਸਤਾ ਆਹਿਸਤਾ ਇਟ ਵਿਲ ਗਰੋ ਔਨ ਯੂ। ਪਰ ਇਹ ਕਿ ਪੜ੍ਹਦੇ ਸਾਰ ਇਟ ਉਹ ਕਹਿੰਦੇ ਨਾ ਤੁਹਾਨੂੰ ਚੌਂਕਾ ਦਿੰਦਾ ਹੈ, ਮਤਲਬ ਦਾ ਕਾਈਂਡ ਆਫ ਇੰਡਿਫਰੈਂਸ ਜਿਹਦੇ ਨਾਲ ਉਹ ਕਹਿੰਦਾ ਹੈ ਕਿ ਮਦਰ ਡਾਈਡ ਟੁਡੇ ਮੇਬੀ ਯੈਸਟਰਡੇ। ਸੋ ਜੋ ਸ਼ੌਕਿੰਗ ਵੈਲਿਊ ਹੈ ਉਹਦੀ ਉਹ ਯਾਦ ਹਾਂ ਕਿ ਜਿਹੜੀ ਉਹਦੀ ਟੋਨ ਹੈ ਨਾ ਥੋੜੀ ਜਿਹੀ ਕੈਜੂਅਲ ਜੀ, ਕਿ ਇੱਕ ਤੇ ਪਹਿਲਾ ਜੁਮਲਾ ਹੀ ਸ਼ੌਕ ਕਰਦਾ ਕਿ ਪਹਿਲੇ ਜੁਮਲੇ 'ਚ ਕਰੈਕਟਰ ਦੀ ਮਾਂ ਮਰ ਗਈ, ਉਹਨੂੰ ਇਹ ਵੀ ਨਹੀਂ ਪਤਾ ਉਹ ਕੱਲ ਮਰੀ ਹੈ ਪਰਸੋਂ ਮਰੀ ਹੈ। ਅਗਲੀਆਂ 2 ਲਾਈਨਾਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਉਹ ਬੰਦਾ ਉੱਥੇ ਨਹੀਂ ਹੈ, ਉਹਨੂੰ ਤਾਰ ਆਈ, ਠੀਕ ਹੈ ਨਾ। ਤੇ ਇਸ ਵਜ੍ਹਾ ਤੋਂ ਉਹ ਇੱਕ ਕਨਫਿਊਜ਼ਨ ਹੈ। ਇਹ ਅਗੇਨ ਬੜੀ ਇੱਕ ਡਰਾਮੈਟਿਕ ਔਰ ਇੱਕ ਮਤਲਬ ਇਨਸੀਡੈਂਟ ਦੇ ਨਾਲ ਸ਼ੁਰੂ ਹੋਣ ਵਾਲੀ ਹੈ। ਇਹਦੇ 'ਚ ਕੋਈ ਆਪਣਾ ਉਹਨੇ ਸੀਨ ਨਹੀਂ ਦੱਸਿਆ ਕਿ ਕਿੱਥੇ ਹੈ ਤੇ ਮਾਹੌਲ ਕੀ ਹੈ ਤੇ ਉਹ ਕੀ ਹੋ ਰਿਹਾ। ਉਹਨੇ ਆਪਣਾ ਜਿਹੜਾ ਹੈ ਉੱਥੋਂ ਹੀ ਸ਼ੁਰੂ ਕੀਤੀ ਹੈ ਜਿੱਥੋਂ ਕਿ ਇੱਕ ਇਨਸੀਡੈਂਟ ਆਲਰੇਡੀ ਹੋ ਚੁੱਕਿਆ ਹੈ ਕਿ ਮਾਂ ਮਰ ਚੁੱਕੀ ਹੈ। ਪ੍ਰਭਜੋਤ ਜੀ ਤੁਹਾਨੂੰ ਕੋਈ ਯਾਦ ਹੈ ਓਪਨਿੰਗ ਕੋਈ? ਹਾਂਜੀ ਸਰ, ਮੈਂ ਮੱਖੀਆਂ ਨਾਵਲ ਪੜ੍ਹਿਆ ਸੀ ਆਪਣਾ ਸੁਖਵੀਰ ਸਿੰਘ ਸੂਹੇ ਅੱਖਰ ਦਾ 2017 ਚ। ਕੀ ਦੁਬਾਰਾ ਦੱਸਣਾ ਨਾਵਲ ਦਾ ਤੇ ਰਾਈਟਰ ਦਾ ਨਾਮ ਪਲੀਜ਼? ਸਰ ਨਾਵਲ ਹੈ ਛੋਟਾ ਜਿਹਾ ਮੱਖੀਆਂ, ਔਰ ਇਹ ਸੁਖਵੀਰ ਸਿੰਘ ਦਾ ਲਿਖਿਆ ਹੋਇਆ ਹੈ ਸੂਹੇ ਅੱਖਰ। ਸੂਹੇ ਅੱਖਰ, ਹਾਂਜੀ। ਤੇ ਇੱਕ ਛੋਟੀ ਜਿਹੀ ਕਹਾਣੀ ਹੈ ਸਰ ਇਹਦੇ ਵਿੱਚ, ਜਿੱਦਾਂ ਡਿਵਾਈਡ ਕੀਤਾ ਨਾਵਲ ਨੂੰ ਛੋਟੀ ਛੋਟੀਆਂ ਕਹਾਣੀਆਂ ਦੇ ਵਿੱਚ, ਤੇ ਉਹਦੇ ਵਿੱਚ ਇੱਕ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ, ਮੱਖੀਆਂ, ਜਿਹੜਾ ਇਹਦਾ ਸਿਰਲੇਖ ਹੀ ਹੈ ਮੇਨ। ਉਹਦੇ ਵਿੱਚ ਸਟਾਰਟਿੰਗ ਹੈ ਕਿ ਸਰ ਸ਼ਮੀਰਾ ਹੈ ਉਸਦਾ ਨਾਮ, ਸ਼ਮੀਰਾ ਖਾਨ, ਪੂਰਾ ਸੂਰਾ ਕੱਦ ਕਾਠ, ਗੋਰਾ ਚਿੱਟਾ ਰੰਗ, ਸਦਿਆ ਸਰੀਰ, ਪੂਰਾ ਸੂਰਾ ਮਾਸ। ਕੁੜੀਆਂ ਗੋਰੇ ਰੰਗ ਨਾਲ ਥੋੜਾ ਸੋਹਣੀਆਂ ਹੁੰਦੀਆਂ, ਉਹਨਾਂ ਦੇ ਚਿਹਰੇ ਤੇ ਸਬਰ ਹੋਣਾ ਚਾਹੀਦਾ ਤੇ ਦੇਹ ਤੇ ਮਾਸ। ਸਮੀਰਾ ਦੀ ਮਾਂ ਇਹੋ ਆਖਦੀ। ਉਹਨਾਂ ਦਾ ਘਰ ਅਜਿਹੇ ਇਲਾਕੇ ਵਿੱਚ ਹੈ ਜਿੱਥੇ ਮੱਖੀਆਂ ਬਹੁਤ ਹਨ, ਅਤੇ ਇਹ ਜਗ੍ਹਾ ਪਿੰਡ ਦੇ ਬਾਹਰਵਾਰ ਸੀ, ਜਿਸ ਥਾਂ ਤੇ 15-20 ਹੀ ਘਰ ਸਨ ਤੇ ਆਸ-ਪਾਸ ਖੇਤ ਸਨ। ਸਮੀਰਾ ਨੂੰ ਮੱਖੀਆਂ ਤੋਂ ਬਹੁਤ ਚਿੜ ਸੀ। ਵੈਸੇ ਉਹ ਜਵਾਨ ਹੈ ਪਰ ਨੱਕ ਤੇ ਮੱਖੀ ਬੈਠਣ ਨਹੀਂ ਦਿੰਦੀ। ਸਮੀਰਾ ਦਾ ਘਰ ਕਾਫੀ ਵੱਡਾ ਸੀ। ਬਿਲਕੁਲ ਦਰਵਾਜ਼ੇ ਤੇ ਜੋ ਕਮਰਾ ਸੀ ਉਹ ਸ਼ਮੀਰਾ ਦੇ ਦਾਦੇ ਦਾ ਸੀ। ਚਲੋ, ਇਹ ਤੁਹਾਨੂੰ ਕੋਈ ਆਪਣਾ ਕੋਈ ਵਜ੍ਹਾ ਸਮਝ ਆਉਂਦੀ ਕਿ ਕਿਉਂ ਤੁਹਾਨੂੰ ਇਹ ਚੰਗੀ ਲੱਗੀ ਇੰਨੀ ਓਪਨਿੰਗ? ਕੀ ਕਰਦੀ ਕੀ ਕਹਾਣੀ ਪੜ੍ਹੀ, ਜਿੱਦਾਂ ਇਹ ਬਾਰਡਰ ਤੇ ਘਰ ਸੀ ਸ਼ਮੀਰਾ ਦਾ, ਤੇ ਇਹ ਕਹਾਣੀ ਪੜ੍ਹਦੇ ਮਿਡ ਵਿੱਚ ਸਮੀਰਾ ਦੀ ਜਿਹੜੀ ਮਦਰ ਦੀ ਡੈਥ ਹੋ ਜਾਂਦੀ ਹੈ, ਤੇ ਕੁਛ ਏਦਾਂ ਦਾ ਹੁੰਦਾ ਹੈ ਕਿ ਮਤਲਬ ਸੈਨਿਕ ਕੁਛ ਆ ਜਾਂਦੇ ਇਹਨਾਂ ਦੇ ਪਿੰਡ 'ਚ, ਤੇ ਉਹ ਰਾਤ ਸਮੀਰਾ ਜਿਹੜੀ ਹੈ ਉਹਨਾਂ ਨੂੰ ਖਾਣਾ ਵੀ ਬਣਾ ਕੇ ਦਿੰਦੀ ਹੈ, ਤੇ ਬਟ ਉਹਦੇ ਨਾਲ ਜ਼ਬਰ ਹੁੰਦਾ ਹੈ। ਤੇ ਉਹ ਜਦੋਂ ਉਹਦਾ ਦਾਦਾ ਉੱਠਦਾ, ਕਿਉਂਕਿ ਉਹਦਾ ਦਾਦੇ ਦਾ ਘਰ ਬਾਰ-ਬਾਰ ਸੀਗਾ, ਜਿੱਦਾਂ ਕਿਹਾ ਕਿ ਸਟਾਰਟਿੰਗ 'ਚ ਦਾਦੇ ਦਾ ਘਰ ਸੀ, ਤੇ ਉਹ ਸਮੀਰਾ ਨੂੰ ਦੇਖਦਾ ਆ। ਜਦੋਂ ਸੁਬਹ ਹੁੰਦੀ ਆ, ਸਮੀਰਾ ਨੂੰ ਦੇਖਦਾ ਆ, ਬੋਡੀ ਉਹਦੀ ਪਈ ਆ ਵਿਹੜੇ ਵਿੱਚ, ਔਰ ਉਹਦੀ ਬੋਡੀ ਪੂਰੀ ਮੱਖੀਆਂ ਨਾਲ ਕਵਰ ਹੈ। ਤੇ ਜਿਹਨੂੰ ਚਿੜ ਸੀ ਮੱਖੀਆਂ ਤੋਂ। ਠੀਕ। ਤੇ ਦੇਖੋ ਨਾ, ਪਹਿਲੀਆਂ 3-4 ਲਾਈਨਾਂ 'ਚ ਇਹ ਜਿਹੜੇ ਪਹਿਲੇ ਅਸੀਂ ਪਹਿਲੀਆਂ ਜਿਹੜੀਆਂ ਓਪਨਿੰਗਸ ਦੇਖ ਰਹੇ ਸੀ, ਉਹਦੇ 'ਚ ਸਾਰਾ ਕੁਛ ਹੋ ਗਿਆ। ਉਹਨੇ ਇੱਕ ਜਿਹੜੀ ਮੇਨ ਕਿਰਦਾਰ ਹੈ ਉਹਦਾ ਮੁਹਾਂਦਰਾ ਵੀ ਦੱਸਤਾ, ਉਹ ਜਿੱਥੇ ਰਹਿੰਦੀ ਹੈ ਉਹ ਵੀ ਦੱਸਦਾ, ਔਰ ਨਾਲ ਮੱਖੀਆਂ ਦਾ ਪਾ ਕੇ ਬਾਜ਼ ਦਫਾ ਸ਼ੁਰੂ 'ਚ ਤੁਸੀਂ ਕੋਈ ਇਸ ਤਰ੍ਹਾਂ ਦੀ ਸ਼ੈ ਜਿਹੜੀ ਹੈ ਉਹ ਪਾ ਦਿੰਦੇ ਹੋ ਕਹਾਣੀ ਦੀ ਓਪਨਿੰਗ ਵਿੱਚ ਹੀ। ਉਹ ਜਿਹੜੀ ਆਖਰ ਤੇ ਆ ਕੇ, ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਕਹਾਣੀ ਦੇ ਆਖਰ ਤੇ ਆ ਕੇ ਜਦੋਂ ਪਾਈ ਜਾਂਦੀ ਉਹਦੀ ਬੋਡੀ, ਉਹਦੇ ਉੱਤੇ ਮੱਖੀਆਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ ਨੇ। ਤੇ ਉਹ ਸ਼ੁਰੂ 'ਚ ਹੀ ਤੁਸੀਂ ਕੋਈ ਆਪਣਾ ਇੱਕ ਐਸੀ ਸ਼ੈ ਪਲਾਂਟ ਕਰ ਦਿੰਦੇ ਹੋ ਜਿਹੜੀ ਕਿ ਆਖਰ ਤੇ ਆ ਕੇ ਉਹ ਜਿਹੜੀ ਹੈ ਉਹ ਵਾਪਸ ਆਏਗੀ, ਔਰ ਉਹ ਕਹਾਣੀ ਜਿਹੜੀ ਹੈ ਉਹਦਾ ਦਾਇਰੇ ਵਾਲਾ ਜਿਹੜਾ ਚੱਕਰ ਹੈ ਉਹ ਪੂਰਾ ਹੋ ਜਾਏਗਾ। ਬੀਬਾ ਜੀ, ਤੁਸੀਂ ਤੁਹਾਨੂੰ ਕੋਈ ਸ਼ੈ ਯਾਦ? ਹਾਂਜੀ, ਇਹਦੀ ਇਹ ਜਿਹੜਾ ਹੈਗਾ ਆ, ਇਹ ਅੰਗਰੇਜ਼ੀ 'ਚ ਜੀ,
ਇਹਦਾ ਵੈਸੇ I think ਇਹ ਸਭ ਨੂੰ ਇਹ ਪੈਰਾਗ੍ਰਾਫ I think everybody remembers. It's from A Tale of Two Cities, Charles Dickens ਦੀ ਜਿਹੜੀ ਹੈਗੀ ਹੈ. It was the best of times, it was the worst of times. It was the age of wisdom, it was the age of foolishness. It was the epoch of belief, it was the epoch of incredulity. It was the season of light, it was the season of darkness. It was the spring of hope, it was the winter of despair. We had everything before us, we had nothing before us. ਕਿਉਂ ਤੁਹਾਨੂੰ ਕਿਉਂ ਪਸੰਦ ਹੈ? ਹਾਂ ਇਹ ਬਹੁਤ ਮਸ਼ਹੂਰ ਹੈ। ਹਾਂ ਜੀ, ਇਹ ਇੱਕ ਤੇ ਇਹਦੀ ਨਾ the way ਉਹਨੇ ਜਿਹੜੇ ਲਫ਼ਜ਼ ਯੂਜ਼ ਕੀਤੇ ਹੋਏ ਨੇ ਤੁਹਾਨੂੰ ਇਹ ਭੁੱਲਦਿਆ ਨਹੀਂ। ਇਹਦੀ ਜਿਹੜੀ ਇੱਕ ਕਾਈਂਡ ਆਫ ਪੋਇਟਿਕ ਇਹਦੀ ਰਿਦਮਿਕ ਜੀ ਇਹਦੀ ਜਿਹੜੀ ਸਾਰੀ ਹੈਗੀ ਆ ਪੋਇਟਰੀ। ਹਾਂ ਪੋਇਟਰੀ ਹੈ। ਸੋ ਪੋਇਟਰੀ ਤੁਹਾਨੂੰ ਯਾਦ ਰਹਿੰਦੀ ਹੈ ਹਮੇਸ਼ਾ, you remember poetry somehow better than you remember prose. ਗਾਣੇ ਯਾਦ ਰਹਿੰਦੇ ਆ, ਗਾਣੇ ਦੀ ਟਿਊਨ ਯਾਦ ਰਹਿੰਦੀ ਹੈ। ਸੋ ਇਹਦੀ ਜਿਹੜੀ ਰੈਪੀਟੇਸ਼ਨ ਔਰ ਰਿਦਮ ਹੈਗਾ ਆ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗਾ। ਐਂਡ ਸੈਕੰਡਲੀ ਮੈਨੂੰ ਇਹ ਬਹੁਤ ਇਸ ਕਰਕੇ ਪਸੰਦ ਹੈਗੀ ਆ, ਖੈਰ ਇਹਦੀ ਕਾਰੀਗਰੀ ਤੇ ਚਲੋ ਜਿਹੜੀ ਲਫ਼ਜ਼ਾਲੀ ਦੀ ਕਾਰੀਗਰੀ ਉਹ ਤੇ ਸਾਹਮਣੇ ਹੀ ਆ ਨਾ। ਤੇ ਇੱਕ ਮੈਨੂੰ ਹਮੇਸ਼ਾ ਹੀ ਗੱਲ ਯਾਦ ਰਹਿੰਦੀ ਹੈ ਕਿ ਰੈਲੇਵੈਂਸ ਬੜੀ ਹੈ ਇਸ ਚੀਜ਼ ਦੀ ਇਨ ਐਨੀ ਪੋਲੀਟੀਕਲ ਜਿਸ ਵਕਤ ਜਿਸ ਸਮੇਂ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ ਉਸੇ ਵਕਤ ਵੀ ਹਮੇਸ਼ਾ ਹੀ ਇਸ ਚੀਜ਼ ਦੀ ਰੈਲੇਵੈਂਸ ਰਹੀ ਹੈ। ਹਾਂ ਇਹ ਹਾਂ ਮੇਰਾ ਖਿਆਲ ਇਹ ਅੱਜ ਵੀ ਇੰਪੋਰਟੈਂਟ ਪੁਆਇੰਟ ਹੈ। ਹਾਂ ਬਿਲਕੁਲ ਅੱਜ ਵੀ, ਔਰ ਨਾ ਸਿਰਫ ਕਿਸੇ ਮੁਲਕ ਦੇ ਬਾਰੇ ਚ ਕਹਿ ਸਕਦੇ ਹੋ, ਦੁਨੀਆ ਦੇ ਬਾਰੇ ਚ ਕਹਿ ਸਕਦੇ ਹੋ, ਕਿਸੇ ਘਰ ਦੇ ਬਾਰੇ ਚ ਵੀ ਕਹਿ ਸਕਦੇ ਹੋ, ਕਿਸੇ ਰਿਸ਼ਤੇਦਾਰ ਦੇ ਬਾਰੇ ਚ ਵੀ ਕਹਿ ਸਕਦੇ ਹੋ, ਕਿਸੇ ਕਲਾਸ ਦੇ ਬਾਰੇ ਚ ਵੀ ਕਹਿ ਸਕਦੇ ਹੋ। ਇਹਦੀ ਇੱਕ ਹੈ, ਇਹਦੇ ਚ ਇੱਕ ਯੂਨੀਵਰਸੈਲਿਟੀ ਹੈ ਕਿ ਇਹ ਸ਼ੈ ਜਿਹੜੀ ਹੈ ਇਹ ਉਸ ਤਰ੍ਹਾਂ ਦਾ ਮਿਊਜ਼ਿਕ ਹੈ ਜਿਹੜਾ ਤੁਸੀਂ ਕਿਤੇ ਵੀ ਚਲਾ ਕੇ ਸੁਣ ਲਓ ਤੇ ਤੁਹਾਨੂੰ ਲੱਗੇਗਾ ਕਿ ਇਹ ਸਹੀ ਹੈ ਅੱਜ ਦੀ ਕਹਾਣੀ। ਔਰ ਉਹ ਗੱਲ ਏਦਾਂ ਕਿ ਜਦ ਕਦੇ ਕੋਈ ਕਨਵਰਸੇਸ਼ਨ ਕਦੇ ਹੋ ਰਹੀ ਹੁੰਦੀ ਹੈ ਤੇ ਯੂ ਆਲਵੇਜ਼ ਗੋ ਬੈਕ, ਰਿਮੈਂਬਰ ਇਟ ਇਜ਼ ਸਟਿਲ ਦ ਬੈਸਟ ਆਫ ਟਾਈਮਸ, ਇਟਸ ਦ ਵਰਸਟ ਆਫ ਟਾਈਮਸ, ਤੁਸੀਂ ਫੇਰ ਵੀ ਦੁਹਰਾ ਦਿੰਦੇ ਹੋ ਦੋ ਚਾਰ ਲਾਈਨਾਂ ਨੂੰ। ਔਰ ਜਿਸ ਤਰ੍ਹਾਂ ਉਹਨੇ ਸ਼ੁਰੂ ਕੀਤੀ ਉਸੇ ਤਰ੍ਹਾਂ ਉਹਨੇ ਕਹਾਣੀ ਐਂਡ ਕੀਤੀ ਵਿਦ ਵੈਰੀ ਉਹ ਜਿਹੜੀ ਸੀਗੀ ਕਿ ਇਟਸ ਅ ਫਾਰ ਬੈਟਰ ਥਿੰਗ, ਤੁਹਾਨੂੰ ਯਾਦ ਹੀ ਹੋਣਾ। ਸੋ ਇਸ ਕਰਕੇ ਮੈਨੂੰ ਪਸੰਦ ਹੈ ਜੀ ਬਹੁਤ ਜ਼ਿਆਦਾ। ਬਹੁਤ ਸ਼ੁਕਰੀਆ, ਥੈਂਕ ਯੂ। ਇਹ ਇੱਕ ਹੋਰ ਬਿਲਕੁਲ ਨਵਾਂ ਤਰੀਕਾ ਹੁਣ ਕਹਾਣੀ ਸ਼ੁਰੂ ਕਰਨ ਦਾ। ਕਹਾਣੀ ਕੋਈ ਨਹੀਂ, ਨਾ ਕੋਈ ਕਿਰਦਾਰ ਹੈ ਨਾ ਕੋਈ ਜਗ੍ਹਾ ਹੈ, ਇੱਕ ਮਤਲਬ ਤੁਸੀਂ ਇੱਕ ਆਲਮੋਸਟ ਇੱਕ ਗੀਤ ਸੁਣਾ ਕੇ ਜਾਂ ਸ਼ਾਇਰੀ ਸੁਣਾ ਕੇ ਜਿਹੜਾ ਆਪਣਾ ਜਿਹੜਾ ਹੈ ਰੀਡਰ ਉਹਨੂੰ ਤੁਸੀਂ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਸਾਰਾ ਤੁਹਾਨੂੰ ਕੋਈ ਸ਼ਾਇਦ ਯਾਦ ਹੋਵੇ? ਜੀ ਸਰ ਯਾਦ ਤਾਂ ਬਸ ਇਹ ਕਿ ਮਾਸਟਰਸ ਵਿੱਚ ਆਈ ਚਾਰਲਸ ਡਿਕਨਸ ਆਫ ਵਰਜੀਨੀਆ ਵੁਲਫ ਦੀ ਓਪਨਿੰਗ ਨੂੰ ਬੜਾ ਸੀ ਉਹ ਕਰਦੇ ਸਾਂ, ਫਿਰ ਲੇਟਰ ਮੰਟੋ ਔਰ ਕਾਫਕਾ ਦੀ ਜੋ ਬੜੀ ਫੇਮਸ ਓਪਨਿੰਗ ਹੈ ਮੈਟਾਮੋਰਫੋਸਿਸ ਤੋਂ ਉਹ ਮੈਂ ਚੂਜ਼ ਕੀਤੀ ਸੀ। ਜੀ ਹੈ ਤੁਹਾਡੇ ਸਾਹਮਣੇ? ਜੀ ਹੈ, ਫਰਸਟ ਪੈਰਾਗ੍ਰਾਫ of the it's about 8 lines. As Gregor Samsa awoke one morning from uneasy dreams, he found himself transformed in his bed into a gigantic insect. He was lying on his heart as it were armor-plated back, and when he lifted his head a little, he could see his dome-like brown belly divided into stiff arched segments, on top of which the bed quilt could hardly keep in position and was about to slide off completely. His numerous legs, which were pitifully thin compared to the rest of his bulk, waved helplessly before his eyes. Okay, great. Yeah, this is again मतलब एक बहुत मशहूर और अजीबोगरीब ओपनिंग है कि बंदा ਜਿਹੜਾ ਹੈ ਉਹ ਸੌਂ ਕੇ ਉੱਠਿਆ। ਤੇ ਤੁਹਾਨੂੰ ਵੈਸੇ ਕਿਉਂ ਪਸੰਦ ਹੈ ਸਾਰਾ? Because opening again ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਕਿਹਾ ਕਿ ਅਗਰ opening ਵਿੱਚ ਕੋਈ ਤੁਹਾਨੂੰ ਫੜ ਲੈਂਦੀ ਹੈ ਨਾ ਚੀਜ਼, I think then ਮੇਰਾ ਇਹ ਪ੍ਰੋਬਲਮ ਹੈ ਕਿ ਅਗਰ ਪਹਿਲਾ ਪੈਰਾਗ੍ਰਾਫ ਹੁਕਨ ਕਰ ਲਵੇ then you just ease into the story. ਲੇਕਿਨ ਇਹ ਕਈ ਪੈਰਾਗ੍ਰਾਫਸ ਬੜੇ ਸ਼ੌਕਿੰਗ ਔਰ ਮਤਲਬ ਬੜੇ they just get you off guard ਕਿ ਇਹ ਕੀ ਹੈ, ਮਤਲਬ ਇਹ ਕੀ ਕਹਿ ਰਿਹਾ, ਹਾਂ ਇਹ ਕੀ ਕਹਿ ਰਿਹਾ। ਔਰ ਇਹਦੇ ਚ ਇੱਕ ਮੇਰਾ ਖਿਆਲ ਹੈ ਮੈਂ ਵੀ ਕਾਫੀ ਦਫਾ ਪੜ੍ਹੀ ਹੋਈ, ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਕਰ ਕੀ ਰਿਹਾ। ਆਈ ਥਿੰਕ ਇੱਕ ਜਿਹੜੀ ਹੈ ਚੀਜ਼ ਕਿ ਇੱਕ ਤੇ ਉਹ ਬਿਲਕੁਲ ਹੀ ਅਜੀਬੋ-ਗਰੀਬ ਗੱਲ ਕਰ ਰਿਹਾ ਹੈ, ਅਨਹੋਣੀ ਜਿਹਨੂੰ ਕਹਿੰਦੇ ਨੇ, ਠੀਕ ਹੈ ਨਾ ਜੀ। ਬਾਕੀ ਤਾਂ ਅਸੀਂ ਗੱਲਾਂ ਕੀਤੀ ਨਾ ਪਹਿਲੇ, ਕੋਈ ਬੰਦਾ ਹੱਡ ਬੀਤੀ ਸੁਣਾਤਾ ਹੈ, ਕੋਈ ਜਗ ਬੀਤੀ ਸੁਣਾਉਂਦਾ ਹੈ, ਕੋਈ ਆਪਣੇ ਆਪ ਨਾਲ ਬੀਤੀ ਹੋਵੇ ਉਹ ਕਹਾਣੀ ਸੁਣਾਉਂਦੇ ਨੇ, ਕੋਈ ਦੁਨੀਆ ਜੋ ਹੋਇਆ ਹੁੰਦਾ ਉਹ ਸੁਣਾਉਂਦੇ ਨੇ, ਕੋਈ ਚਲੋ ਫੈਰੀ ਟੇਲ ਕੋਈ ਜਨਪਰੀਆਂ ਦੀ ਕਹਾਣੀ ਵੀ ਸੁਣਾ ਦਿੰਦੇ ਨੇ। ਲੇਕਿਨ ਉਹ ਇੰਨੀ ਅਜੀਬੋ-ਗਰੀਬ ਗੱਲ ਕਿ ਬੰਦਾ ਸੌਂ ਕੇ ਉੱਠਿਆ ਤੇ ਉਹ ਬਣਿਆ ਹੋਇਆ ਬਗ ਕੀੜਾ ਬਣਿਆ ਹੋਇਆ। ਲੇਕਿਨ ਜਿਹੜੀ ਸ਼ੈ ਉਹ ਤੁਹਾਨੂੰ
ਖਿੱਚ ਕੇ ਰੱਖਦੀ ਹੈ ਕਿ ਬਜਾਏ ਇਸ ਦੇ ਕਿ ਉਹਦੇ ਤੇ ਪਰੇਸ਼ਾਨ ਹੋਵੇ ਕਿ ਮਤਲਬ ਹੈ ਕੀ ਹੋਇਆ ਹੈ, ਉਹਦੀਆਂ ਜਿਹੜੀਆਂ ਬਿਲਕੁਲ ਫਿਜ਼ੀਕਲ ਡਿਟੇਲਸ ਨੇ ਉਹ ਸ਼ੁਰੂ 'ਚ ਤੁਹਾਨੂੰ ਉਹ ਦੱਸ ਰਿਹਾ ਕਿ ਵੀ ਇੰਜ ਦਾ ਲੱਗਦਾ, ਬਾਕੀ ਮਸਾਇਲ ਬਾਅਦ 'ਚ ਆਉਣ। ਪਰ ਮੈਂ ਖਿਆਲ ਪੂਰੀ ਕਹਾਣੀ 'ਚ ਇੰਜ ਹੀ ਹੈ ਕਿ ਇਹਦੇ ਤੇ ਕੋਈ ਗੱਲਬਾਤ ਨਹੀਂ ਹੁੰਦੀ ਕਿ ਵੀ ਕਿਉਂ ਹੋਇਆ ਜੀ। ਉਹਦੀਆਂ ਜਿਹੜੇ ਪ੍ਰੈਕਟੀਕਲ ਮਸਾਇਲ ਨੇ ਉਹ ਬੰਦੇ ਦੇ ਕੀੜਾ ਬਣਦੇ, ਉਹਦੇ ਨਾਲ ਉਹ ਜਿਹੜੇ ਉਹਦੇ ਲੌਜਿਸਟਿਕਲ ਇਸ਼ੂਜ਼ ਨੇ, ਬਾਕੀ ਜਿਹੜੇ ਜਜ਼ਬਾਤੀ ਇਸ਼ੂਜ਼ ਨੇ ਉਹਨਾਂ ਤੇ ਕਹਾਣੀ ਜਿਹੜੀ ਹੈ ਉਹ ਟੁਰਦੀ ਹੈ ਉਸ ਤੇ। ਇਹ ਮਤਲਬ ਇੱਕ ਬੜਾ ਔਖਾ ਕੰਮ ਹੈ ਕਿ ਤੁਸੀਂ ਕੋਈ ਲਿਖੋ ਇੱਕ ਬਿਲਕੁਲ ਅਨਹੋਣੀ ਸ਼ਾਇਦ ਜਿਹੜੀ ਹੋ ਹੀ ਨਹੀਂ ਸਕਦੀ, ਜਿਹੜੀ ਨਾ ਤੁਸੀਂ ਕਦੀ ਸੁਣੀ ਹੈ ਔਰ ਉਹ ਹੋ ਵੀ ਗਈ ਹੈ, ਔਰ ਤੁਸੀਂ ਨਾਲ ਨਾਲ ਆਹਿਸਤਾ ਆਹਿਸਤਾ ਉਹਦੇ ਤੇ ਯਕੀਨ ਵੀ ਕਰਦੇ ਜਾਂਦੇ ਹੋ। ਔਰ ਮੇਰਾ ਖਿਆਲ ਹੈ ਉਹ ਇਸੇ ਲਈ ਉਹ ਟੁਰਦਾ ਹੈ ਕੰਮ ਅੱਗੇ, ਉਹਨੇ ਰਾਈਟਰ ਨੇ ਆਪਣੇ ਆਪ ਨੂੰ ਯਕੀਨ ਦਵਾ ਲਿਆ ਕਿ ਹੁਣ ਇਹ ਤੇ ਹੋ ਗਿਆ, ਹੁਣ ਅੱਗੇ ਚਲੋ, ਠੀਕ ਹੈ ਨਾ, ਇਹਦੀਆਂ ਉਹਦੇ 'ਚ ਨਹੀਂ ਪੈਣਾ ਕਿ ਵੀ ਕਿਉਂ ਹੋਇਆ, ਇਹ ਆਪੇ ਰੀਡਰ ਸਮਝਦਾ ਰਹੇਗਾ। ਔਰ ਆਹਿਸਤਾ ਆਹਿਸਤਾ ਮੇਰਾ ਖਿਆਲ ਹੈ 2-4 ਦਫਾ ਪੜ੍ਹਨ ਤੋਂ ਬਾਅਦ ਕਾਫੀ ਲੋਕ ਜਿਹੜੇ ਇਸ ਕਹਾਣੀ ਨੂੰ ਬਹੁਤ ਪਸੰਦ ਕਰਦੇ ਨੇ, ਉਹ ਵੀ ਕਈ ਦਫਾ ਸਵੇਰੇ ਉੱਠ ਕੇ ਸੋਚਦੇ ਨੇ ਕਿ ਅੱਜ ਮੇਰੇ ਨਾਲ ਵੀ ਇਹੀ ਹੋ ਗਿਆ ਕਿ ਮੈਂ ਕੀੜਾ ਬਣ ਗਿਆ। ਔਰ ਇਹ ਕਾਫੀ ਕਾਮਨ ਯੂਨੀਵਰਸਲ ਫੀਲਿੰਗ ਹੈ। ਬਲਕਿ 5-7 ਸਾਲ ਪਹਿਲੇ ਇੱਕ ਹੋਰ ਜਾਪਾਨੀ ਰਾਈਟਰ ਹੈ ਕੋਈ, ਤੇ ਉਹਨੇ ਇਸ ਕਹਾਣੀ ਦੇ ਉਲਟੀ ਕਹਾਣੀ ਲਿਖੀ। ਉਹ ਕੀੜਾ ਇੱਕ ਹੁੰਦਾ, ਉੱਠਦਾ ਇੱਕ ਹੋਟਲ 'ਚ ਤੇ ਬੰਦਾ ਬਣਿਆ ਹੁੰਦਾ, ਉਹਨੂੰ ਆਪਣਾ ਸਮਝ ਨਹੀਂ ਆਉਂਦੀ ਕਿ ਹੁਣ ਇਨਸਾਨ ਬਣ ਕੇ ਕਿਵੇਂ ਰਹਿਣਾ। ਸੋ ਥੈਂਕ ਯੂ ਸਾਰਾ। ਆਪਣਾ ਸੋਨੀਆ ਤੁਸੀਂ ਦੱਸ ਚੁੱਕੇ ਹੋ ਜਾਂ ਦੱਸਣਾ ਤੁਹਾਡੇ ਦਿਨ 'ਚ ਹੈ ਕੋਈ? ਹਾਂਜੀ, ਇੱਕ ਤੇ ਮੈਨੂੰ ਸਰ ਇਹ ਜੇ ਬੀਬਾ ਜੀ ਨੇ ਟੇਲ ਆਫ ਟੂ ਸਿਟੀਜ਼ ਦੀ ਲਾਈਨਾਂ ਪੜ੍ਹੀਆਂ ਸੀ, ਮੈਨੂੰ ਉਹ ਬੜੀ ਚੰਗੀਆਂ ਲੱਗਦੀਆਂ। ਤੇ ਇੱਕ ਮੈਨੂੰ ਹੋਰ ਚੰਗੀ ਲੱਗਦੀ ਹੈ, ਜਾਰਜ ਆਰਵੈਲ ਦਾ ਨੋਵਲ ਆਇਆ ਸੀ 1984, ਤੇ ਉਹਦੀ ਸਟਾਰਟਿੰਗ ਲਾਈਨ ਜਿਹੜੀ ਸੀ ਨਾ ਉਹ ਹਾਲੇ ਤੱਕ ਬੜੀ ਸ਼ੌਕਿੰਗ ਹੈ। ਉਹ ਇਟ ਵਾਸ ਅ ਬ੍ਰਾਈਟ ਕੋਲਡ ਡੇ ਇਨ ਅਪ੍ਰੈਲ ਐਂਡ ਦ ਕਲੋਕਸ ਵਰ ਸਟ੍ਰਾਈਕਿੰਗ 13। ਤੇ ਮੈਨੂੰ ਜਿਹੜਾ ਸਟਾਰਟਿੰਗ ਸਟਾਈਲ ਹੈ ਨਾ ਬੜਾ ਵੀਅਰਡ ਲੱਗਿਆ, ਬੜਾ ਈਰੀ ਅਜੀਬ ਜਿਹੜੀ ਟੋਨ ਹੈ, ਹੌਂਟਿੰਗ, ਮੈਨੂੰ ਹੌਂਟਿੰਗ ਜਿਹੜੀ ਫੀਲ ਆਉਂਦੀ ਹੈ ਜਦੋਂ ਵੀ ਪੜ੍ਹਨੀ ਹੈ। ਤੇ ਇੱਕ ਵੈਸੇ ਵੀ ਉਹ ਜਿਹੜਾ ਉਹਦਾ ਕਵਰ ਪੇਜ ਹੈ ਬੁੱਕ ਦਾ, ਉਹ ਥੋੜਾ ਬੜਾ ਮਿਸਟੀਰੀਅਸ ਜਿਹੜਾ ਮੈਂ ਜੋ ਨੋਵਲ ਪੜ੍ਹਿਆ ਸੀ। ਤੇ ਜਦੋਂ ਸਟਾਰਟਿੰਗ ਲਾਈਨ ਪੜ੍ਹੀ ਹੈ ਮੈਂ, ਮੈਨੂੰ ਯਾਦ ਹੈ ਮਾਰਕੀਟ ਦੇ ਵਿੱਚ ਖੜੇ ਹੋ ਕੇ ਮੈਂ ਸਟਾਰਟਿੰਗ ਲਾਈਨ ਪੜ੍ਹੀ ਤੇ ਆਈ ਵਾਸ ਕੰਪਲੀਟਲੀ ਹੁਕਡ ਇਨ। ਮੈਨੂੰ ਲੱਗਿਆ ਕਿ ਇਹ ਬਿਲਕੁਲ ਹੀ ਡਿਫਰੈਂਟ ਤਰ੍ਹਾਂ ਦਾ ਨੋਵਲ ਹੋਏਗਾ। ਤੇ ਲਿਟਰਲੀ ਜੋ ਮਤਲਬ ਇਹਦੀ ਸਟਾਰਟਿੰਗ ਲਾਈਨ ਵਿੱਚ ਫੀਲ ਆਉਂਦੀ ਹੈ ਪੂਰੇ ਨੋਵਲ ਵਿੱਚ ਆਉਂਦੀ ਹੈ। ਸਸਟੇਨ ਲੈਂਦੀ ਫੀਲਿੰਗ। ਸਸਟੇਨ ਦੀ ਐਗਜ਼ੈਕਟਲੀ। ਨਾਲੇ ਇਹਦੇ ਵਿੱਚ ਨਾ ਅਨਸਰਟਨਟੀ ਬਹੁਤ ਜ਼ਿਆਦਾ ਸੀ, ਇਹ ਲਾਈਨ ਹੀ ਬਹੁਤ ਅਨਸਰਟਨਟੀ ਸ਼ੋ ਕਰ ਰਹੀ ਹੈ ਕਿ ਕੋਈ ਵੀ ਚੀਜ਼ ਸਰਟਨ ਨਹੀਂ ਹੈ। ਈਵਨ ਕਲੋਕ ਜਿਹੜਾ ਉਹ ਵੀ 13 ਉਹਦੇ 13 ਵੱਜ ਸਕਦੇ ਹੈ। ਤੇ ਇਹ ਮੈਨੂੰ ਬੜੀ ਡਿਫਰੈਂਟ ਜਿਹੜੀ ਚੀਜ਼ ਲੱਗੀ। ਤੇ ਦੂਸਰੀ ਮੈਨੂੰ ਇੱਕ ਹੋਰ ਪ੍ਰਾਈਡ ਐਂਡ ਪ੍ਰੈਜੁਡਿਸ ਦੀ ਲਾਈਨ ਬੜੀ ਪਸੰਦ ਹੈ ਕਿ ਉਹ ਮੈਂ ਇਸ ਵਕਤ ਜ਼ਿਕਰ ਕਰਨਾ ਚਾਹ ਰਹੀ ਹਾਂ। ਤੁਸੀਂ ਬਾਕੀ ਸਾਰੀ ਚੀਜ਼ਾਂ ਤੇ ਸੈਟਿੰਗ, ਬੈਕਗਰਾਉਂਡ, ਕੈਰੈਕਟਰ ਰੈਵੂਲੇਸ਼ਨ, ਬੈਕਗਰਾਉਂਡ ਤੇ ਪੂਰਾ ਸੀਨ ਦੀ ਗੱਲ ਕੀਤੀ ਹੈ। ਕਈ ਦਫਾ ਰਾਈਟਰ ਪੂਰਾ ਥੀਮ ਹੀ ਪਹਿਲੀ ਲਾਈਨ ਵਿੱਚ ਉਹ ਕਰ ਦਿੰਦੇ ਨੇ। ਜਿਵੇਂ ਪ੍ਰਾਈਡ ਐਂਡ ਪ੍ਰੈਜੁਡਿਸ ਵੈਰੀ ਆਬਵੀਅਸ, ਸਾਨੂੰ ਪਹਿਲੀ ਲਾਈਨ ਪੜ੍ਹੀ ਹੈ। It is a truth universally acknowledged that a single man in possession of a good fortune may be in want of a good wife. ਤੇ ਇਹਨੂੰ ਪੜ੍ਹ ਕੇ ਲੱਗਦਾ ਹੈ ਜੰਜ ਹੈ ਨਾ ਉਹੀ ਜਿਹੜੀ ਫੈਮਿਨਨ ਸਿਚੁਏਸ਼ਨ ਹੈ, ਫੈਮਿਨਨ ਪ੍ਰੋਬਲਮਸ ਹੈ, ਮੈਰਿਜ ਜਾਂ ਇਹਨਾਂ ਦੀ ਜਿਹੜੀ ਚੀਜ਼ਾਂ ਹੈ। ਤੇ ਇੱਕ ਟਿਪੀਕਲ ਸਟੀਰੀਓਟਿਪੀਕਲ ਜਿਹੀ ਸਿਚੁਏਸ਼ਨ ਹੈ ਕਿ ਵੈਲਥੀ ਮੈਨ ਡੈਫੀਨੇਟਲੀ ਹੀ ਇਜ਼ ਇਨ ਸਰਚ ਆਫ ਅ ਗੁੱਡ ਵਾਈਫ, ਤੇ ਉਹਨੂੰ ਹੰਟ ਕਰ ਰਿਹਾ ਹੋਏਗਾ ਕਿ ਸੋਸਾਇਟੀ ਵਿੱਚ ਕੀ ਚੱਲਦਾ ਹੈ। ਤੇ ਥੋੜੇ ਬਹੁਤ ਕਰੈਕਟਰਸ ਅੱਗੇ ਪੜ੍ਹਨੇ ਆ ਤਾਂ ਸਾਨੂੰ ਸਮਝ ਆਉਣਾ ਸ਼ੁਰੂ ਹੁੰਦੀ ਹੈ ਕਿ ਇਹ ਥੀਮ ਕਿਸ ਤਰ੍ਹਾਂ ਰਿਲੇਟ ਕਰੇਗਾ, ਹਾਊ ਇਟ ਇਜ਼ ਇੰਟਰਵੋਵਨ ਵਿਦ ਦ ਪਲॉट। ਤੇ ਇਸ ਵਕਤ ਮੈਨੂੰ ਇਹ ਦੋ ਲਾਈਨਾਂ ਬੜੀ ਪਸੰਦ ਹੈ। ਤੇ ਕਿ ਅ ਟੇਲ ਆਫ ਟੂ ਸਿਟੀ ਜਿਹੜੀ ਬੀਬਾ ਜੀ ਨੇ ਜ਼ਿਕਰ ਕੀਤਾ। ਹਾਂ ਨਹੀਂ, ਇਹ ਬਿਲਕੁਲ ਇਹ ਵੀ ਇੱਕ ਬੜੀ ਮਸ਼ਹੂਰ ਓਪਨਿੰਗ ਲਾਈਨ ਹੈ। ਔਰ ਬਿਲਕੁਲ ਹੀ ਜਿਹੜੇ ਬਾਕੀ ਅਸੀਂ ਪਹਿਲੇ ਓਪਨਿੰਗ ਸੁਣੀਆਂ ਨੇ ਉਹਨਾਂ ਤੋਂ ਬਿਲਕੁਲ ਡਿਫਰੈਂਟ ਹੈ। ਔਰ ਤੁਸੀਂ ਕਿਹਾ ਕਿ ਇੱਕ ਬਜਾਏ ਇਸ ਤੇ ਕੋਈ ਜਗ੍ਹਾ ਵਿਖਾਓ, ਕੋਈ ਕਿਰਦਾਰ ਦੱਸੋ, ਕੋਈ ਕ੍ਰਾਈਸਿਸ ਦੱਸੋ, ਇੱਕ ਜਿਹੜਾ ਇੱਕ ਜ਼ਮਾਨੇ ਦਾ ਜਿਹੜਾ ਯੂਨੀਵਰਸਲ ਟਰੂਥ ਹੈ ਕਿ ਵੀ ਹੋਰ ਕੁਝ ਹੋਵੇ ਨਾ ਹੋਵੇ, ਜੇ ਬੰਦੇ ਕੋਲ ਕੋਈ 4 ਪੈਸੇ ਨੇ ਤੇ ਉਹਦਾ ਵਿਆਹ ਤੇ ਹੋਣਾ ਹੀ ਹੋਣਾ, ਠੀਕ ਹੈ ਨਾ, ਉਹਨੂੰ ਇਹ ਲੋੜ ਤੇ ਪਏਗੀ। ਔਰ ਇਹ ਮਤਲਬ ਉਦੋਂ ਇੱਕ ਹੋਰ ਜ਼ਮਾਨੇ ਦੀ ਉਹਨਾਂ ਨੇ ਗੱਲ ਲਿਖੀ ਸੀ।
ਉਹ ਸ਼ਾਇਦ ਹੁਣ ਉੱਡੀ ਸਹੀ ਨਾ ਹੋਵੇ, ਲੇਕਿਨ ਜ਼ਿਆਦਾਤਰ ਮੁਆਸ਼ਰਿਆਂ 'ਚ ਇਹ ਅਜੇ ਵੀ ਇੱਕ ਜਿਹੜਾ ਇੱਕ ਬੇਸਿਕ ਜਿਹੜਾ ਸੈਂਟਰ ਹੈ ਜ਼ਿੰਦਗੀ ਦਾ ਉਹ ਇਹੀ ਹੈ ਕਿ ਵੀ ਇਹ ਜੋੜੇ ਬਣਨਗੇ ਤੇ ਉਸ ਤੋਂ ਬਾਅਦ ਜੋ ਹੋਣਾ ਉਹ ਹੋਏਗਾ। ਤੁਹਾਡੀ ਕਿਹੜੀ ਫੇਵਰੇਟ ਹੈਗੀ ਸਰ? ਮੈਂ ਜਿੰਨੀਆਂ ਤੁਸੀਂ ਤੁਹਾਡੀਆਂ ਦੱਸੀਆਂ ਨੇ, ਮੇਰੀ ਮੈਟਾਮੋਰਫੋਸਿਸ ਵਾਲੀ ਕਾਫੀ ਮੇਰੀ ਫੇਵਰੇਟ ਹੈ। ਆਪਣਾ ਇਹ ਜਾਸਰ ਨੇ ਜਿਹੜੀ ਦੱਸੀ ਸੀ ਉਹ ਐਲਬਰਟ, ਮੇਰੀਆਂ ਕਾਫੀ ਮੈਂ ਮਤਲਬ ਮੈਨੂੰ ਬਹੁਤ ਚੀਜ਼ਾਂ ਜਿਹੜੀਆਂ ਨੇ ਕੋਈ ਐਵੇਂ ਜ਼ਿਆਦਾ ਹੀ ਪਸੰਦ ਆ ਜਾਂਦੀ ਨੇ। ਇੱਕ ਉਰਦੂ ਦਾ ਰਾਈਟਰ ਸੀ, ਹੁਣ ਮੈਨੂੰ ਯਾਦ नहीं, वो पता नहीं की सी होनी कहानी के, पता नहीं उसको जब उससे मोहब्बत हुई तो उसको मरे हुए पता नहीं छठा दिन था, पता नहीं इस तरह की, मतलब अजीबो गरीब। हाँ मैंने भी अजीबो गरीब उस तरह दी पसंद आनी ने। लेकिन मेरा ख्याल है एक चीज ज़हन च रखनी चाहिए कि सिर्फ ਤੁਸੀਂ ਪਹਿਲੀ ਲਾਈਨ ਸ਼ੌਕ ਕਰਕੇ, ਠੀਕ ਹੈ ਨਾ, ਤੇ ਉਹ ਕੋਈ ਵੱਡੀ ਗੱਲ ਨਹੀਂ, ਪਹਿਲੀ ਲਾਈਨ ਜਿਹੜੀ ਉਹ ਕੋਈ ਵੀ ਲਿਖ ਸਕਦਾ। ਲੇਕਿਨ ਤੁਸੀਂ ਜਿਹੜੀ ਹੁਣੇ ਆਪਣਾ ਸੋਨੀਆ ਨੇ ਗੱਲ ਕੀਤੀ ਸੀ ਜਿਸ ਤਰ੍ਹਾਂ ਉਹ 1984 ਦੀ ਹੈ ਪਹਿਲੀ ਲਾਈਨ ਕਿ ਕਲੌਕ ਵਾਸ ਸਟ੍ਰਾਈਕਿੰਗ 13, ਰਾਈਟ? ਠੀਕ ਹੈ ਨਾ, ਇੰਜੀ ਹੈ ਨਾ ਉਹਦੇ 'ਚ। ਬਿਲਕੁਲ ਉਹ ਜਿਹੜੀ ਫੀਲਿੰਗ ਹੈ, ਉਹ ਜਿਹੜੀ ਇਹ ਫੀਲਿੰਗ ਹੈ ਕਿ ਕੁਝ ਅਜੀਬੋ ਗਰੀਬ ਹੋਰ ਕੰਮ ਹੋ ਗਿਆ ਇੱਥੇ, ਉਹ ਆਹਿਸਤਾ ਉਹ ਡਰਾਉਣੀ ਫੀਲਿੰਗ, ਲੇਕਿਨ ਉਹਨੂੰ ਸਸਟੇਨ ਕਰਨਾ ਉਹ ਜਿਹੜਾ ਹੈ ਅਸਲ ਵਿੱਚ ਉਹ ਕੰਮ ਹੁੰਦਾ। ਪਹਿਲੀ ਲਾਈਨ ਜਿਹੜੀ ਹੈ ਉਹ ਇੰਪੋਰਟੈਂਟ ਹੁੰਦੀ ਹੈ, ਲੇਕਿਨ ਉਹਨੂੰ ਤੁਸੀਂ ਧੋਖੇ ਦੇ ਤੌਰ ਤੇ ਇਸਤੇਮਾਲ ਨਹੀਂ ਕਰ ਸਕਦੇ ਕਿ ਵੀ ਪਹਿਲੀ ਲਾਈਨ 'ਚ ਤੁਸੀਂ ਗੱਲ ਕਰਕੇ ਤੇ ਫਿਰ ਕਿਤੇ ਅੱਗੇ ਟੁਰ ਜਾਓ। ਜਿਹੜਾ ਉੱਥੇ ਮੂਡ ਬਣਾਇਆ, ਜੋ ਤੁਸੀਂ ਸੌਦਾ ਆਪਣੇ ਗਾਹਕ ਨੂੰ ਵਿਖਾਇਆ ਤੇ ਉਹਨੂੰ ਫਿਰ ਉਹੀ ਵੇਚਣਾ ਪੈਂਦਾ। ਇਹ ਨਹੀਂ ਹੋ ਸਕਦਾ ਕਿ ਬਾਹਰ ਕੁਛ ਸ਼ਾਇਦ ਤੁਸੀਂ ਹੋਰ ਰੱਖੀ ਹੋਵੇ ਪਹਿਲੇ ਪੈਰੇ 'ਚ ਤੇ ਅੰਦਰ ਉਹ ਕੋਈ ਹੋਰ ਸਮਾਨ ਪਿਆ ਹੋਵੇ। ਤੇ ਜਿਹੜਾ ਇੱਕ ਸੌਫਟ ਬਿਗਨਿੰਗ ਆਫ ਅ ਸਟੋਰੀ ਹੈ, ਜਿੱਦਾਂ ਆਈ ਥਿੰਕ ਮੁਸ਼ਰਫ ਸਾਹਿਬ ਨੇ ਸ਼ਾਇਦ ਕਿਹਾ ਹਾਂ ਮੁਸ਼ਰਫ ਸਾਹਿਬ ਨੇ, ਹਾਂ ਉਦਾਸ ਨਿਸਟਿੰਗ, ਉਹ ਜਿਹੜੀ ਆਈ ਥਿੰਕ ਉਹਨਾਂ ਨੇ ਕਿਹਾ ਸੀ ਨਾ, ਜਿਹੜੀ ਉਹ ਪਿੰਡ ਦੀ ਜਿਹੜੀ ਡਿਸਕ੍ਰਿਪਸ਼ਨ ਜੀ ਹੈਗੀ ਹੈ, ਪਰ ਇੰਨੀ ਸੌਫਟ ਦੇ ਵਿੱਚ ਯੂ ਥਿੰਕ ਇਟ ਕੈਚਸ ਦ ਰੀਡਰ ਕਿ ਉਹ ਮਤਲਬ ਕਿ ਕੁਝ ਫੜਦਾ ਹੈ। 50 ਸਾਲ ਪਹਿਲੇ ਨੋਵਲ ਲਿਖਿਆ ਗਿਆ ਸੀ, ਅਜੇ ਤੱਕ ਲੋਕ ਪੜ੍ਹੀ ਜਾ ਰਹੇ ਨੇ, ਫੜਦਾ ਹੀ ਹੋਏਗਾ ਕੁਝ ਨਾ ਕੁਝ ਤਾਂ ਸ਼ਾਇਦ। ਮਤਲਬ ਇਹ ਠੀਕ ਹੈ, ਓਪਨਿੰਗ ਇੰਪੋਰਟੈਂਟ ਹੁੰਦੀ ਹੈ, ਬਟ ਓਪਨਿੰਗ ਇਜ਼ ਨਾਟ ਐਵਰੀਥਿੰਗ, ਉਸ ਤੋਂ ਬਾਅਦ ਵੀ ਕੁਝ ਹੋਣਾ ਹੁੰਦਾ। ਤੇ ਬਿਲਕੁਲ ਜਿਹੜਾ ਹੈ ਉਹ ਆਪਣਾ ਤੁਸੀਂ ਮਤਲਬ ਇਹ ਕਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਜਿਹੜਾ ਰੀਡਰ ਹੈ ਉਹਨੂੰ ਤੁਸੀਂ ਸੈਕਿੰਡ ਗੈਸ ਕਰੋ, ਠੀਕ ਹੈ ਨਾ। ਤੁਸੀਂ ਫੇਸਬੁੱਕ ਤੇ ਚਲਾਉਣੀ ਕੋਈ ਨਹੀਂ, ਠੀਕ ਹੈ ਨਾ, ਕਿ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਹਿੱਟ ਲੈਣੇ ਨੇ ਸੀ ਜਾਂ ਕੋਈ ਮਤਲਬ ਇਸ ਤਰ੍ਹਾਂ ਦਾ ਤਾਂ ਹਿਸਾਬ ਹੈ ਨਹੀਂ। ਤੇ ਬਿਲਕੁਲ ਜਿਹੜੀ ਚੀਜ਼ ਤੁਹਾਡੀ ਸਟੋਰੀ ਨੂੰ, ਤੁਹਾਡੀ ਆਪਣੀ ਤਬੀਅਤ ਨੂੰ ਚੰਗੀ ਲੱਗਦੀ ਹੈ, ਵਾਰਾ ਖਾਂਦੀ ਹੈ, ਜਿਹੜੀ ਟੋਨ ਤੁਸੀਂ ਆਪਣੇ ਜਿਹੜਾ ਕਹਾਣੀ ਕਹਿ ਤੁਸੀਂ ਰਹੇ ਹੋ, ਲੇਕਿਨ ਜ਼ਾਹਿਰ ਹੈ ਕਿਸੇ ਕਿਰਦਾਰ ਦੇ ਥਰੂ ਕਹਾਣੀ ਦੱਸੀ ਜਾ ਰਹੀ ਹੈ, ਜਿਹੜੀ ਉਹਦੀ ਆਵਾਜ਼ ਤੁਸੀਂ ਬਣਾਈ ਹੈ, ਅਗਰ ਤੁਹਾਨੂੰ ਉਹਦੇ 'ਚ ਸਹੀ ਲੱਗਦੀ ਹੈ ਤੇ ਉਹ ਠੀਕ ਹੈ। ਉਹ ਸੌਫਟ ਵੀ ਹੋ ਸਕਦੀ ਹੈ, ਉਹ ਡਰਾਮੇ ਨਾਲ ਵੀ ਸ਼ੁਰੂ ਹੋ ਸਕਦੀ ਹੈ, ਉਹ ਕਿਸੇ ਗਾਣੇ ਨਾਲ ਵੀ ਸ਼ੁਰੂ ਹੋ ਸਕਦੀ ਹੈ, ਉਹ ਕਿਸੇ ਵੱਡੇ ਨਾਰੇ ਨਾਲ ਵੀ ਸ਼ੁਰੂ ਹੋ ਸਕਦੀ ਹੈ। ਤੇ ਇਹ ਨਹੀਂ ਮੇਰਾ ਖਿਆਲ ਹੈ ਕਿਹਾ ਜਾ ਸਕਦਾ, ਨਾ ਸੋਚਣਾ ਚਾਹੀਦਾ ਕਿ ਵੀ ਇਹ ਜਿਹੜਾ ਮੇਰਾ ਰੀਡਰ ਹੈ ਇਹਨੂੰ ਕੀ ਪਸੰਦ ਆਏਗਾ, ਕਿਉਂਕਿ ਇੱਥੇ ਅਸੀਂ 8-9 ਬੰਦੇ ਬੈਠੇ ਹਾਂ, ਹਰ ਇੱਕ ਨੂੰ ਮੁਖਤਲਿਫ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਉਹ ਪਸੰਦ ਆਉਂਦੀਆਂ। ਅਮਰ, ਤੁਹਾਡੇ ਕੋਲ ਕੋਈ ਸ਼ੈ ਹੈ ਸਾਡੇ ਲਈ? ਹਾਂਜੀ ਪ੍ਰੋਫੈਸਰ ਸਾਹਿਬ, ਮੈਂ ਬਹੁਤਾ ਮੇਰੇ ਆਫ ਹੈਂਡ ਤੇ ਕੋਈ ਮਤਲਬ ਸਟੋਰੀ ਜਾਂ ਨੋਵਲ ਦੀ ਓਪਨਿੰਗ ਤਾਂ ਹੈ ਨਹੀਂ, ਪਰ ਮੈਂ ਜਿਸ ਸਟੋਰੀ ਤੇ ਕੰਮ ਕਰ ਰਿਹਾ ਸੀ ਉਹਦੀਆਂ 2-4 ਲਾਈਨਾਂ ਲਿਖੀਆਂ, ਜੇ ਕਹਿੰਦੇ ਹੋ ਤਾਂ ਮੈਂ ਉਹ ਸੁਣਾ ਦਿਆਂ। ਚਲੋ ਤੁਸੀਂ ਹਾਂ ਇੰਜ ਕਰੋ, ਬਲਕਿ ਆਪਣੇ ਉਹਦੇ ਬਾਰੇ 'ਚ ਦੱਸੋ, ਉਹਦੀਆਂ 2-4 ਲਾਈਨਾਂ ਸੁਣਾਓ, ਤੇ ਫਿਰ ਅਸੀਂ ਹਰ ਇੱਕ ਕੋਲ ਜਾ ਕੇ ਪੁੱਛਦੇ ਹਾਂ ਕਿ ਉਹ ਕੀ ਸੋਚ ਰਹੇ ਨੇ ਔਰ ਕੀ ਲਿਖ ਰਹੇ ਨੇ ਔਰ ਕੀ ਲਿਖਣਾ ਚਾਹੁੰਦੇ ਨੇ ਔਰ ਉਹਦੇ 'ਚ ਕੀ ਮਦਦ ਹੋ ਸਕਦੀ। ਤੇ ਚਲੋ ਤੁਸੀਂ ਦੱਸੋ। ਇਹ ਵੀ ਅੱਛਾ ਵੈਸੇ ਨਾ ਕਿ ਤੁਹਾਡੀ ਫੇਵਰੇਟ ਲਾਈਨਾਂ ਕੌਣ ਨਹੀਂ ਹੈ, ਮੇਰੀਆਂ ਆਪਣੀਆਂ ਹੀ ਨੇ। ਬਿਲਕੁਲ ਸਹੀ ਇਹ ਲੈਵਲ ਹੋਣਾ ਚਾਹੀਦਾ ਬੰਦੇ 'ਚ। ਆਈ ਲਾਈਕ ਇਟ। ਅੱਛਾ, ਸਟੋਰੀ ਜਿਹੜੀ ਤੇ ਮੈਂ ਕੰਮ ਕਰ ਰਿਹਾ ਉਹਦੇ ਵਿੱਚ ਇੱਕ ਫੈਮਿਲੀ ਦੀ ਸਟੋਰੀ ਆ। ਉਹਦੇ ਵਿੱਚ ਸਾਡੇ ਚਾਚੇ ਦਾ ਫਰੈਂਡ ਜਿਹੜਾ ਕਿ ਲੋ ਕਲਾਸ ਕਾਮੀ ਵਰਕਰ, ਜਿਹੜਾ ਉਹਦਾ ਨਾਮ ਭਗਤਾ ਹੈਗਾ, ਉਹਨਾਂ ਦਾ ਯਾਰ ਹੈ ਔਰ ਇਕੱਠੇ ਆਪਣੇ ਕਸ਼ਤੀਆਂ ਲੜਦੇ ਹੁੰਦੇ ਸੀ। ਔਰ ਘਰਾਂ ਦੇ ਹਾਲਤ ਮਾੜੇ ਹੋਣ ਕਰਕੇ ਫਿਰ ਚਾਚਾ ਜਿਹੜਾ ਉਹ ਇੰਗਲੈਂਡ ਚਲਾ ਗਿਆ ਤੇ ਉੱਥੋਂ ਫਿਰ ਜਦੋਂ ਵੀ ਮਿਲਣ ਆਉਣਾ ਭਗਤ ਤੇ ਆਪਣੇ ਦੋਸਤ ਦੇ ਨਾਲ ਉਹਨਾਂ ਨੇ ਘੁੰਮਣ ਫਿਰਨ ਚੱਲ ਜਾਣਾ। ਪਰ ਉਹਨਾਂ ਦੀ ਹਾਲਤ ਮਤਲਬ ਕਿ ਸ਼ਡਿਊਲ ਕਾਸਟ ਹੋਣ ਕਰਕੇ ਪਿੰਡਾਂ 'ਚ ਤਾਂ ਬੜੀ ਮਾੜੀ ਹੁੰਦੀ ਹਾਲਤ ਵਿੱਚ ਸਾਰਿਆਂ ਦੀ।
ਤੇ ਚਾਚਾ ਆਪਣਾ ਜਿੱਦਾਂ ਹੁੰਦਾ ਕਿ ਪਿੰਡ ਦੇ ਵਿੱਚ ਘਰ ਬਣਵਾ ਰਿਹਾ ਆਪਣੇ ਲਈ ਕਿ ਮੇਰੀ ਫੈਮਿਲੀ ਵੀ ਆਊਗੀ ਤੇ ਉੱਥੇ ਰਵਾਂਗੇ, ਤੇ ਉਹਦੇ ਵਿੱਚ ਜ਼ਮੀਨ ਹੈ ਥੋੜੀ ਜਿਹੀ ਔਰ ਘਰ ਬਣਦਾ ਜਦੋਂ, ਔਰ ਬਾਅਦ ਦੇ ਵਿੱਚ ਇਹ ਹੁੰਦਾ ਕਿ ਚਾਚਾ ਉਹ ਸਾਰਾ ਘਰ ਬਣਵਾ ਕੇ ਇਨਫੈਕਟ ਉਹ ਆਪਣੇ ਦੋਸਤ ਨੂੰ ਹੀ ਦੇ ਦਿੰਦਾ ਆਪਣਾ ਜਿਹੜਾ ਔਰ ਜਦੋਂ ਫਿਰ ਸਾਲ 2 ਸਾਲ ਬਾਅਦ ਦੁਬਾਰਾ ਆਉਂਦਾ ਤੇ ਉਹ ਆਪਣਾ ਉਹਨੂੰ ਆਪਣੇ ਦੋਸਤ ਨੂੰ ਜਿਹੜਾ ਦਲਤ ਭਗਤਾ ਜਿਹਨੂੰ ਤੁਸੀਂ ਉਹਨੂੰ ਦੇ ਦਿੰਦਾ। ਹਾਂਜੀ, ਉਹਨੂੰ ਦੇ ਦਿੰਦਾ ਔਰ ਨਾਲ ਦੀ ਜ਼ਮੀਨ ਵੀ ਥੋੜੀ ਜਿਹੀ ਦੇ ਦਿੰਦਾ ਔਰ 2 ਸਾਲ ਬਾਅਦ ਆ ਕੇ ਫਿਰ ਦੁਬਾਰਾ ਜਦੋਂ ਦੇਖਦਾ ਤੇ ਉਸ ਭਗਤੇ ਦੀ ਉਸ ਦੋਸਤ ਦੀ ਹਾਲਤ ਜਿਹੜੀ ਆ ਉਹ ਸੁਸਾਇਟੀ ਤੋਂ ਆਲਮੋਸਟ ਆਊਟਕਾਸਟ ਤਾਂ ਪਹਿਲਾਂ ਹੀ ਹੁੰਦਾ, ਉਹਦੇ ਆਪਣੇ ਬੰਦੇ ਵੀ ਉਹਨੂੰ ਛੱਡ ਜਾਂਦੇ ਆ ਔਰ ਬੜੀ ਬੁਰੀ ਹਾਲਤ 'ਚ ਹੋ ਜਾਂਦਾ ਉਹ ਵਿਚਾਰਾ। ਸੋ ਇਹਦੇ ਵਿੱਚ ਮੈਂ ਓਪਨਿੰਗ ਲਾਈਨ ਲਿਖੀ ਸੀ ਪਰ ਹੁਣ ਇਹ ਪਤਾ ਨਹੀਂ ਕਿੱਦਾਂ ਤੁਹਾਨੂੰ ਪਸੰਦ ਆਏਗੀ। ਨਹੀਂ ਦੇਖੋ ਇਹ ਇਸ ਵੇਲੇ ਸਾਡੀਆਂ 4-5 ਕਲਾਸਾਂ ਹੀ ਹੋਈਆਂ ਤੇ ਇਹ ਜ਼ਿਕਰ ਕਰਨ ਦਾ ਔਰ ਇਹ ਗੱਲ ਕਰਨ ਦਾ ਪਹਿਲੇ ਵੀ ਅਸੀਂ ਇਹ ਗੱਲ ਕਰ ਚੁੱਕੇ ਹਾਂ ਕਿ ਮੇਰੇ ਖਿਆਲ ਹੈ ਇਹ ਜਿਹੜਾ ਰਾਈਟਰ ਹੁੰਦਾ ਹੈ ਔਰ ਜਿਹੜਾ ਰਾਈਟਰ ਨਹੀਂ ਹੁੰਦਾ ਉਹਨਾਂ 'ਚ ਇੱਕ ਬੁਨਿਆਦੀ ਫਰਕ ਹੁੰਦਾ ਹੈ ਕਿ ਜਿਹੜਾ ਰਾਈਟਰ ਹੈ ਉਹ ਸ਼ੈ ਲਿਖੇਗਾ, ਫਿਰ ਉਹਨੂੰ ਪੜ੍ਹੇਗਾ, ਫਿਰ ਉਹਨੂੰ ਚੇਂਜ ਕਰੇਗਾ, ਠੀਕ ਹੈ ਨਾ। ਹਾਂਜੀ, ਬਾਕੀ ਮਤਲਬ ਜਿਹੜਾ ਹੈ ਉਹ ਤੇ ਮਤਲਬ ਕੋਈ ਵੀ ਕਰ ਸਕਦਾ ਨਾ, ਲਿਖ ਤੇ ਕੋਈ ਵੀ ਸਕਦਾ, ਸਾਰੇ ਅਸੀਂ ਪੜ੍ਹੇ ਲਿਖੇ ਮਾਸ਼ਾਅੱਲਾ, ਕੋਈ ਵੀ ਮਤਲਬ ਬਹਿ ਕੇ ਕੋਈ ਸ਼ਾਇਦ ਲਿਖ ਸਕਦਾ। ਲੇਕਿਨ ਅਗਰ ਵਾਕਈ ਕਲਾਸ 'ਚ ਆਉਣ ਦਾ ਜਾਂ ਇਸ ਬਾਰੇ 'ਚ ਗੱਲਬਾਤ ਕਰਨ ਦਾ ਮਤਲਬ ਇਹੀ ਹੈ ਕਿ ਅਸੀਂ ਇੱਕ ਦੂਸਰੇ ਕੋਲੋਂ ਕੋਈ ਸਿੱਖੀਏ, ਕੋਈ ਮਦਦ ਲਈਏ, ਲਿਖੀਏ ਪਹਿਲੇ। ਹੁਣ ਜੇ ਤੁਹਾਨੂੰ ਲਾਈਨਾਂ ਜਿਹੜੀਆਂ ਨੇ ਪਸੰਦ ਨਾ ਆਉਣ, ਠੀਕ ਹੈ ਨਾ, ਬਾਅਦ ਤੁਸੀਂ ਮਹੀਨੇ ਬਾਅਦ ਇਹਨੂੰ ਆਪਣਾ ਜਿਹੜਾ ਹੈ ਉਹ ਚੇਂਜ ਕਰ ਲਓ। ਔਰ ਇਹ ਬਹੁਤ ਜ਼ਰੂਰੀ ਹੈ ਕਿ ਮਤਲਬ ਜੋ ਵੀ ਤੁਸੀਂ ਲਿਖਿਆ ਹੋਵੇ ਕੋਈ ਅਸਮਾਨੋਂ ਨਹੀਂ ਉਤਰਿਆ, ਠੀਕ ਹੈ ਨਾ। ਇਹ ਕੋਈ ਆਪਣਾ ਇਹ ਕੋਈ ਉਹ ਕੋਈ ਇਹ ਨਹੀਂ ਹੈਗਾ ਕੁਰਾਨ ਜਾਂ ਕੋਈ ਗੀਤਾ ਨਹੀਂ ਹੈਗੀ, ਇਹ ਅਸੀਂ ਆਪ ਹੀ ਲਿਖ ਰਹੇ ਹਾਂ ਔਰ ਇਹਨੂੰ ਬਿਲਕੁਲ ਚੇਂਜ ਹੋ ਸਕਦਾ ਔਰ ਇਹਨੂੰ ਕਰਨਾ ਚਾਹੀਦਾ, ਉਹਦੇ ਤੋਂ ਬਗੈਰ ਕੋਈ ਰਾਈਟਿੰਗ ਜਿਹੜੀ ਹੈ ਉਹ ਨਹੀਂ ਹੁੰਦੀ। ਤੇ ਚਲੋ ਸੁਣਾਓ। ਔਰ ਇਹਦੇ ਵਿੱਚ ਤਾਂ ਅੱਜ ਕੱਲ੍ਹ ਸਾਡੇ ਪਤਾ ਨਹੀਂ ਤੁਹਾਡੇ ਪੰਜਾਬ 'ਚ ਕਿਉਂ, ਸਾਡੇ ਤੇ ਜਿਹੜੇ ਬਾਹਰ ਲੋਕੀ ਗਏ ਨੇ ਉਹਨਾਂ ਨੇ ਵੱਡੇ ਵੱਡੇ ਘਰ ਬਣਾ ਕੇ ਪਿੰਡਾਂ ਦੇ ਵਿੱਚ ਛੱਡੇ ਆ, ਉਹਨਾਂ ਨੂੰ ਸੰਭਾਲਣ ਲਈ ਕੁਝ ਸਾਡੇ ਪੰਜਾਬ 'ਚ ਹੈ। ਹਾਂਜੀ, ਸੋ ਉਹਦੀ ਹੁਣ ਪਤਾ ਨਹੀਂ ਮੈਂ ਮੋਡੀਫਾਈ ਕਰਨਾ ਪਏਗਾ ਪਰ ਤੁਹਾਨੂੰ ਮੈਂ ਓਪਨਿੰਗ ਸੁਣਾ ਦਿੰਦਾ। ਇਹ ਓਪਨਿੰਗ ਹੈਗੀ ਜਦੋਂ ਕਿ ਘਰ ਬਣ ਰਿਹਾ। ਓਏ ਪਿੱਲੀਆਂ ਇੱਟਾਂ ਨਾ ਸਿੱਟ, ਚੰਗੀ ਤਰ੍ਹਾਂ ਦੇਖ ਕੇ ਪੱਕੀਆਂ 2-2 ਇੱਟਾਂ ਥੱਲਿਓਂ ਉਲਾਰ ਕੇ ਮੇਰੇ ਮੂੰਹ ਤੇ ਆਉਣ ਦੇ, ਮੈਂ ਆਪੇ ਸੰਭਾਲ ਲਵਾਂਗਾ। ਬਾਹਰਲੀ ਕੰਧ ਹੁਣ ਉਸਦੀ ਛੱਤ ਤੱਕ ਪਹੁੰਚ ਚੁੱਕੀ ਸੀ ਤੇ ਭਗਤਾ ਬੜਾ ਨਸ ਕੇ ਆਪਣੇ ਯਾਰ ਦਾ ਘਰ ਬਣਵਾ ਰਿਹਾ ਸੀ। ਤੇ ਸਿਖਰ ਦੁਪਹਿਰੇ ਉੱਪਰ ਬਾਂਸਾਂ ਉੱਤੇ ਬੰਨੇ ਫੱਟਿਆਂ ਤੇ ਖੜੇ ਮਿਸਤਰੀ ਤੇ ਭਗਤੇ ਦਾ ਪਰਛਾਵਾਂ ਥੱਲਿਓਂ ਇੱਟਾਂ ਉਲਾਰ ਕੇ ਮਾਰਦੇ ਭਗਤੇ ਦੇ ਵੱਡੇ ਭਰਾ ਚਰਨੇ ਤੇ ਪੈ ਰਿਹਾ ਸੀ। ਤੇ ਭਗਤਾ ਫਿਰ ਕਹਿ ਰਿਹਾ ਕਿ ਮਿਸਤਰੀ ਜੀ 5 ਇੱਕ ਦਾ ਜਾਂ 3 ਇੱਕ ਦਾ ਰੇਤ ਸੀਮੈਂਟ ਘੋਲਾਂ ਤੇ ਹੋਰ ਕਿੰਨੀਆਂ ਇੱਟਾਂ ਫੜਾਵਾਂ। ਮਤਲਬ ਇੰਨਾ ਕੀ ਥੋੜਾ ਜਿਹਾ ਲਿਖਿਆ। ਚਲੋ ਹਾਂ ਬਿਲਕੁਲ ਠੀਕ। ਹਾਂ, ਇਹ ਕਹਾਣੀਆਂ 'ਚ, ਕਿਤਾਬਾਂ 'ਚ, ਨੋਵਲਾਂ 'ਚ ਇੱਕ ਸ਼ੈ ਹੁੰਦੀ ਕਿ ਸ਼ੈ ਉਹ ਬੜੀ ਲੋਕਾਂ ਨੂੰ ਫੈਸੀਨੇਟ ਕਰਦੀ, ਉਹ ਸ਼ੈ ਬਣਦੀ ਕਿਵੇਂ, ਜਾਂ ਮਸ਼ੀਨ ਚੱਲਦੀ ਕਿਵੇਂ, ਜਾਂ ਜਹਾਜ਼ ਜਦੋਂ ਖਰਾਬ ਹੋ ਜਾਂਦਾ ਉਹਨੂੰ ਕਿਵੇਂ ਉਤਰਦਾ ਹੈ, ਜਾਂ ਕੋਈ ਸ਼ੈ ਕਿਵੇਂ ਬਣਦੀ। ਪਹਿਲੇ ਜ਼ਿਕਰ ਕੀਤਾ ਆਪਣਾ ਮੁਸ਼ਰਫ ਨੇ ਉਦਾਸ ਨਸਲੇ ਦਾ, ਉਹ ਕਾਫੀ 5-6 ਸਫ਼ੇ ਦਾ ਸੀਨ ਹੈ ਕਿ ਖੂਹ ਜਿਹੜਾ ਹੈ ਉਹ ਕਿਵੇਂ ਬਣੀਦਾ, ਠੀਕ ਹੈ ਨਾ, ਉਹਦੇ ਸੀਨ ਹੈ ਇੱਕ। ਉਹ ਜਿਹੜੀਆਂ ਚੀਜ਼ਾਂ ਅਸੀਂ ਕੰਮ ਆਪਣੇ ਹੱਥੀਂ ਨਹੀਂ ਕੀਤੇ ਹੁੰਦੇ ਤੇ ਉਹਨਾਂ ਦੀ ਮਤਲਬ ਜਿਹੜੀ ਹੈ ਕਸ਼ਤੀ ਕਿਵੇਂ ਬਣਦੀ ਹੈ, ਜਹਾਜ਼ ਕਿਵੇਂ ਚੱਲਦੇ ਨੇ, ਲੋਕ ਚੰਦ ਤੇ ਕਿਵੇਂ ਜਾਂਦੇ ਨੇ, ਇਹ ਬਿਲਕੁਲ ਕਹਾਣੀਆਂ ਦਾ ਹਿੱਸਾ ਹੈ ਔਰ ਅਹਿਮ ਹਿੱਸਾ ਹੁੰਦਾ। ਤੇ ਇਹ ਬਿਲਕੁਲ ਠੀਕ ਹੈ, ਐਕਸ਼ਨ ਵਾਲਾ ਸੀਨ ਹੈ, ਘਰ ਬਣ ਰਿਹਾ ਇਹਦੇ 'ਚ। ਲੇਕਿਨ ਮੇਰਾ ਖਿਆਲ ਹੈ ਜਿਹੜੇ ਤੁਸੀਂ ਪੂਰੀ ਕਹਾਣੀ ਦਾ ਖੁਲਾਸਾ ਸੁਣਾਇਆ ਹੈ ਕਿ ਉਹਦੇ 'ਚ ਇਹ ਆਖਰ ਤੇ ਕੀ ਹੋਣਾ ਹੈ ਆਪਣਾ ਉਹਦੇ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਬਾਰ-ਬਾਰ ਮਸ਼ਵਰਾ ਦੇਵਾਂਗਾ ਔਰ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਮੈਨੂੰ ਮੇਰਾ ਮਸ਼ਵਰਾ ਮੰਨੋ। ਬਾਜ਼ ਦਫਾ ਜਿੱਥੇ ਤੁਸੀਂ ਕਹਿ ਰਹੇ ਹੋ ਨਾ, ਜਿੱਥੇ ਜਾ ਕੇ ਤੁਸੀਂ ਕਹਾਣੀ ਮੁਕਾ ਰਹੇ ਹੋ, ਕਹਾਣੀ ਬਾਜ਼ ਦਫਾ ਉਸ ਤੋਂ ਜ਼ਰਾ ਪਹਿਲੇ ਸ਼ੁਰੂ ਹੁੰਦੀ। ਫਰਜ਼ ਕਰੋ ਘਰ ਬਣ ਗਿਆ, ਭਗਤਾ ਹੁਣ ਰਹਿਣ ਲੱਗ ਪਿਆ ਉੱਥੇ, ਠੀਕ ਹੈ ਨਾ, ਉੱਥੇ ਆ ਕੇ ਤੁਸੀਂ ਕਹਾਣੀ ਮੁਕਾਈ ਹੈ ਕਿ ਉਸ ਤੋਂ ਬਾਅਦ ਤਾਂ ਫਿਰ ਹੋਰ ਵੀ ਜ਼ਲੀਲ ਹੋ ਗਿਆ, ਠੀਕ ਹੈ ਨਾ। Yeah. ਮੈਂ
ਚਾਹਾਂਗਾ, ਔਰ ਇਹ ਕੋਈ ਮਤਲਬ ਕੋਈ ਫੇਲ ਪਾਸ ਵਾਲਾ ਹੋਇਆ ਕੋਈ ਫਰਮਾਇਸ਼ੀ ਪ੍ਰੋਗਰਾਮ ਤੇ ਨਹੀਂ ਹੈਗਾ, ਜੋ ਤੁਹਾਡੇ ਦਿਲ 'ਚ ਹੈ ਕਹਾਣੀ ਤੁਸੀਂ ਇਹ ਲਿਖਣੀ, ਲੇਕਿਨ ਸਾਨੂੰ ਪੋਸੀਬਿਲਿਟੀਜ਼ ਤੇ ਜ਼ਿਹਨ 'ਚ ਰੱਖਣੀ ਚਾਹੀਦੀ ਨਾ ਕਿ ਹੋਰ ਇਸ ਕਹਾਣੀ 'ਚ ਕੀ ਹੋ ਸਕਦਾ। ਮੈਂ ਬੜਾ ਇੰਟਰਸਟਿਡ ਹੋਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਿਚੁਏਸ਼ਨ ਬਣਾਈ ਹੈ ਕਿ ਇੱਕ ਯਾਰ ਹੈ, ਉਹਦਾ ਇੱਕ ਗਰੀਬ ਯਾਰ ਹੈ, ਉਹਨੇ ਘਰ ਬਣਾ ਕੇ ਉਹਨੂੰ ਦੇਤਾ, ਹੁਣ ਉਸ ਗਰੀਬ ਨਾਲ ਕੀ ਹੁੰਦਾ ਹੈ, ਠੀਕ ਹੈ ਨਾ, ਬਾਕੀ ਗਰੀਬ ਜਿਹੜੇ ਨੇ ਉਹਦੇ ਨੇ, ਜਿਹੜੀ ਆਪਣੀ ਬਰਾਦਰੀ ਹੈ ਜਾਂ ਦੂਸਰੇ ਪਿੰਡ ਵਾਲੇ ਨੇ ਜਿਹੜੇ, ਠੀਕ ਹੈ ਨਾ, ਜਿਹੜੇ ਉਹਦੇ ਅਮੀਰ ਯਾਰ ਦੇ ਰਿਸ਼ਤੇਦਾਰ ਨੇ ਜਾਂ ਸੱਜਣ ਨੇ, ਉਹ ਉਹਨੂੰ ਕਿਵੇਂ ਵੇਖਦੇ ਨੇ। ਮੇਰੇ ਜ਼ਿਹਨ 'ਚ ਕਹਾਣੀ ਦਾ ਕੌਨਫਲਿਕਟ ਉੱਥੋਂ ਸ਼ੁਰੂ ਹੁੰਦਾ, ਲੇਕਿਨ ਮੈਂ ਜਿਵੇਂ ਪਹਿਲੇ ਕਿਹਾ ਸੀ, ਇਹ ਸਿਰਫ ਮੇਰੀ ਰਾਏ ਹੈ, ਹਰ ਬੰਦੇ ਕੋਲ ਰਾਏ ਆਪਣੀ ਆਪਣੀ ਹੁੰਦੀ ਹੈ, ਉਹਨੂੰ ਆਪਣੇ ਕੋਲ ਰੱਖਣੀ ਚਾਹੀਦੀ ਹੈ, ਲੇਕਿਨ ਚूंकि ਤੁਸੀਂ ਮੈਨੂੰ ਪ੍ਰੋਫੈਸਰ ਬਣਾਤਾ ਤੇ ਪ੍ਰੋਫੈਸਰਾਂ ਦਾ ਕੰਮ ਇਹ ਹੁੰਦਾ ਜੋ ਜ਼ਿਹਨ ਚਾਹੇ ਬੋਲੀਗਾ, ਠੀਕ ਹੈ। ਲੇਕਿਨ ਜ਼ਿਹਨ 'ਚ ਤੁਸੀਂ ਰੱਖਣਾ ਪ੍ਰੈਮਿਸ ਬਹੁਤ ਅੱਛਾ, ਲੇਕਿਨ ਇਹਦੇ 'ਚ ਇਹ ਵੀ ਰੱਖਣਾ ਕਿ ਇਹਦੇ 'ਚ ਇੱਕ ਸ਼ੈ ਇਹ ਵੀ ਹੈ, ਉਹ ਕਿਤੇ ਗਵਾਚ ਨਾ ਜਾਏ। ਠੀਕ ਹੈ, ਠੀਕ ਹੈ, ਓਕੇ। ਸੋਨੀਆ, ਤੁਹਾਡੇ ਕੋਲ ਕੋਈ ਹੈ ਆਈਡੀਆ ਅਜੇ ਤੱਕ ਤੁਸੀਂ ਸੋਚਿਆ? ਸਰ ਲਾਸਟ ਟਾਈਮ ਤੁਹਾਡੇ ਨਾਲ ਮੈਂ ਥੋੜਾ ਆਈਡੀਆ ਸ਼ੇਅਰ ਕੀਤਾ ਸੀ, ਇੱਕ 2-3 ਕੈਰੈਕਟਰਸ ਦਾ, ਜਿਹੜਾ ਜਿਹਦੇ ਵਿੱਚ ਜਿਹੜੀ ਲੜਕੀ ਹੁੰਦੀ ਹੈ ਉਹ ਬੇਸਿਕਲੀ ਆਪਣੀ ਕਹਾਣੀ ਸਟਾਰਟ ਕਰਦੀ ਹੈ ਤੇ ਉਹਦਾ ਬਲੈਸਫੇਮੀ ਵਾਲਾ ਜਿਹੜਾ ਤੁਸੀਂ ਦੱਸਿਆ ਸੀ, ਸੈਡਿਸਟ ਹੁੰਦਾ ਫਾਦਰ ਉਹਦਾ ਨਾ, ਤੇ ਅੱਛਾ, ਸੈਡਿਸਟ ਦਾ ਉਹ ਬਲੈਸਫੇਮੀ ਵਾਲਾ ਮੇਰਾ ਸੀ। ਉਹ ਸੌਰੀ ਜੀ, ਓਕੇ it's okay. ਓਕੇ, ਵਿਲ ਕਮ ਬੈਕ ਟੂ ਯੂ। ਤੇ ਉਹਦੀ ਮੈਂ ਥੋੜੀ ਜਿਹੀ ਨਾ ਸਟਾਰਟਿੰਗ ਲਾਈਨ ਲਿਖੀ ਹੈ ਤੇ ਉਹ ਪੈਰਾਗ੍ਰਾਫ ਲਿਖਿਆ ਹੈ, ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ ਕਿ ਤੁਹਾਨੂੰ ਕੁਝ ਸਮਝ ਆਉਂਦੀ ਹੈ ਕਿ ਵਾਕਈ ਕਿਸ ਤਰ੍ਹਾਂ ਅੱਗੇ ਚੱਲ ਸਕਦਾ ਹੈ, ਤੇ ਮੈਨੂੰ ਜ਼ਰੂਰ ਸ਼ੇਅਰ ਕਰੋ। ਤੇ ਉਹ ਮੈਂ ਥੋੜਾ ਬਹੁਤ ਟਰਾਈ ਕੀਤੀ ਸੀ। ਅੱਛਾ, ਮੈਂ ਸਟਾਰਟ ਟਾਈਮ ਦਿੱਤਾ ਹੈ ਕਿ ਆਈ ਬੀਟ ਹਿਮ ਟੁਡੇ। ਮੈਂ ਇਹਨੂੰ ਨਾ ਇੰਗਲਿਸ਼ ਵਿੱਚ ਲਿਖਣਾ ਸਟਾਰਟ ਕੀਤਾ ਸੀ, ਤੁਹਾਨੂੰ ਦੇਖਣਾ ਕੀ ਹੁੰਦਾ ਇਹਦਾ। I beat him today. At precisely 10 p.m., I jotted down all of my tiny and large pieces together, like a puzzle, while wiping out the dust off the glasses, thinking that I have finally put him on notice after many years. I managed to knock down the dirt of my heart clumsily yet unsteadily. How could one know that Phil had made my soul scream for unknown years? How painful it had been. तो ये मेरा स्टार्ट ਸੀ। ਤੇ ਪੰਜਾਬੀ 'ਚ ਇਹਨੂੰ ਜ਼ਰਾ ਪੰਜਾਬੀ 'ਚ ਕਰਨ ਦੀ ਕੋਸ਼ਿਸ਼ ਕਰੋ। ਅੱਛਾ, ਪੰਜਾਬੀ 'ਚ ਇਸ ਤਰ੍ਹਾਂ ਕਿ ਅੱਜ ਮੈਨੂੰ ਲੱਗਿਆ ਮੈਂ ਉਹਨੂੰ ਜਿੱਤ ਲਿੱਤਾ ਤੇ 10 ਵਜੇ ਦਾ ਕੋਈ ਟਾਈਮ ਹੈ ਤੇ ਮੈਨੂੰ ਲੱਗਿਆ ਜਿਹੜੇ ਮੇਰੇ ਜਿੰਨੇ ਪੂਰੀ ਜ਼ਿੰਦਗੀ ਦੇ ਟੁੱਟੇ ਹੋਏ ਪੀਸੀ ਸੀ, ਅੱਜ ਮੈਂ ਇੱਕ ਇੱਕ ਕਰਕੇ ਉਹਨੂੰ ਜੋੜਨ ਲੱਗੀ ਹਾਂ। ਤੇ ਇਹ ਮੈਨੂੰ ਖਿਆਲ ਉਦੋਂ ਆਇਆ ਜਦੋਂ ਮੈਂ ਆਪਣੇ ਗਲਾਸਿਸ ਜਿਹੜੇ ਉਹ ਉਤਾਰ ਕੇ ਸਾਫ਼ ਕਰਨ ਲੱਗੀ ਹਾਂ, ਤੇ ਮੈਨੂੰ ਖਿਆਲ ਆਇਆ ਕਿ ਮੇਰਾ ਦਿਲ ਤੇ ਵੈਸੇ ਹੀ ਗੰਦਾ ਹੋਇਆ ਹੈ, ਕਿਉਂ ਨਾ ਉਹਨੂੰ ਕਰ ਲਵਾਂ। ਤੇ ਉਹ ਮੈਂ ਥੋੜਾ ਥੋੜਾ ਹਲਕਾ ਹਲਕਾ ਰੁਕਣੀ ਆ, ਫਿਰ ਸਾਫ਼ ਫਾਈਨਲੀ ਆਹਿਸਤਾ ਆਹਿਸਤਾ ਸਲੋਲੀ ਮੈਂ ਔਰ ਡਰਟ ਤੇ ਸਾਫ਼ ਕਰਨੀ ਆ, ਲੇਕਿਨ ਦਿਲ ਤੇ ਜਿਹੜੀ ਮੈਲ ਲੱਗੀ ਆ ਉਹਨੂੰ ਟਾਈਮ ਲੱਗੇਗਾ। ਤੇ ਮੈਨੂੰ ਸਮਝ ਆਈ ਕਿ ਇਹ ਮੈਲ ਕਿੰਨੇ ਸਾਲਾਂ ਤੋਂ ਮੇਰੇ ਦਿਲ ਦੇ ਉੱਤੇ ਜੰਮੀ ਹੋਈ ਸੀ, ਕਿੰਨਾ ਪੇਨਫੁਲ ਟਾਈਮ ਸੀ। ਸਹੀ ਸਹੀ ਸਹੀ। ਇਹਦੇ ਵਿੱਚ ਬੜਾ ਅੱਛਾ ਸਟਰੋਂਗ ਸਟ੍ਰਾਈਕਿੰਗ ਇਮੇਜ ਹੈ ਆਪਣਾ, ਇਹ ਗਲਾਸਿਸ ਨੂੰ ਸਾਫ਼ ਕਰ ਰਹੀ ਹੈ ਔਰ ਨਾਲ ਆਪਣੇ ਦਿਲ ਦੀ ਉਹਦੇ ਬਾਰੇ 'ਚ ਗੱਲ ਕਰ ਰਹੀ ਹੈ। ਲੇਕਿਨ ਮੈਨੂੰ ਸਮਝ ਨਹੀਂ ਆਇਆ ਕਿ ਉਹਨੇ ਕਿਵੇਂ ਉਹਨੂੰ ਜਿੱਤ ਲਿਆ, ਕਿਵੇਂ ਕੀ ਕੀਤਾ ਕੀ ਉਹਦੇ ਨਾਲ। ਅਸਲ ਵਿੱਚ ਨਾ ਇਹ ਸਸਪੈਂਸ ਮੈਂ ਰੱਖਿਆ ਹੈ, ਯਾਨੀ ਇਹ ਹੁਣ ਅੱਗੇ ਜਾ ਕੇ ਨਾ ਥੋੜਾ ਕਰੈਕਟਰ ਰਿਵੀਲ ਹੋਏਗਾ ਕੀ ਸਿਚੁਏਸ਼ਨ ਹੈ। ਸਟਾਰਟਿੰਗ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਖਿਰ ਕਿਹਨੂੰ ਜਿੱਤਿਆ ਤੇ ਉਹ ਹਿਮ ਕੌਣ ਹੈ, ਕਿਉਂਕਿ ਮੈਂ ਕਿਹਾ ਕਿ ਫਾਈਨਲੀ ਪੁੱਟ ਹਿਮ ਆਫਟਰ ਹਿਮ ਔਨ ਨੋਟਿਸ ਆਫਟਰ ਮੈਨੀ ਇਅਰਸ। ਤੇ ਇਹ ਸਮਝ ਸਕਦਾ ਹੈ ਕੋਈ ਲਵਰ ਹੋ ਸਕਦਾ ਹੈ ਜਾਂ ਕੋਈ ਬਾਪ ਹੈ ਜਾਂ ਜਿੱਤਣ ਦੀ ਕੀ ਸੈਂਸ ਹੋ ਸਕਦੀ ਹੈ। ਤੇ ਇਹ ਜਿਹੜਾ ਕਨੈਕਸ਼ਨ ਹੈ ਨਾ, ਇਹ ਸਾਫ਼ ਕਰਨ ਤੋਂ ਕਿ ਦਿਲ ਤੇ ਮੈਲ ਹੋਏ ਜਾਂ ਕੋਈ ਬੋਝ ਹੋਏ ਉਹਨੂੰ ਕਿੰਝ ਸਾਫ਼ ਕਰੀਦਾ ਹੈ, ਤੇ ਜਿਹੜੀ ਉਹ ਐਨਕ ਦੇ ਉੱਤੇ ਗੰਦ ਲੱਗਿਆ ਹੁੰਦਾ ਉਹਨੂੰ ਕਿੰਝ ਸਾਫ਼ ਕਰੀਦਾ ਹੈ। ਉਹ ਬਿਲਕੁਲ ਠੀਕ ਗੱਲ ਹੈ ਤੁਹਾਡੀ। ਔਰ ਇਹ ਹੈ ਬਿਲकुल एक अच्छा तरीका है कि ਤੁਸੀਂ ਜਿਹੜਾ ਹੈ ਇੱਕ ਸਵਾਲੀਆ ਨਿਸ਼ਾਨ ਪਾਤਾ ਹੈ ਕਿ ਅਸੀਂ ਹੁਣ ਜਾਣਨਾ ਚਾਹਾਂਗੇ ਕਿ ਉਹ ਕੌਣ ਹੈ ਤੇ ਉਹਨੂੰ ਤੁਸੀਂ ਕੀ ਨੋਟਿਸ ਤੇ ਰੱਖਿਆ। ਲੇਕਿਨ ਉਹਦੇ ਮੇਰਾ ਖਿਆਲ ਹੈ ਇੱਕ ਛੋਟੀ ਜਿਹੀ ਵੀ ਨਾ, ਕਿਉਂਕਿ ਇੱਥੇ ਤੱਕ ਹੁਣ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹ ਮਤਲਬ ਥੋੜ੍ਹੀਆਂ ਜਿਹੀਆਂ ਐਬਸਟਰੈਕਟ ਨੇ, ਦਿਲ ਦੀ ਮੈਲ ਤੇ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਠੀਕ ਹੈ ਨਾ, ਉਹ ਐਨਕ ਹੈ ਉਹ ਬੰਦੇ ਨੂੰ ਵੀ ਉਹਦੇ ਤੇ ਰੱਖਿਆ। ਇਹਦੇ ਈਵਨ ਅ ਮਾਈਨਰ ਡਿਟੇਲ ਜਿਹੜੀ ਹੈ ਨਾ ਕੋਈ, ਠੀਕ ਹੈ ਨਾ, ਜਾਂ ਬੰਦੇ ਦਾ ਨਾਂ ਜਾਂ ਬੰਦੇ ਨੂੰ ਫਰਜ਼ ਕਰੋ ਤੁਸੀਂ ਨੋਟਿਸ ਦਿੱਤਾ ਹੈ ਤੇ ਕਿੰਨੇ ਦਿਨਾਂ ਦਾ ਨੋਟਿਸ ਦਿੱਤਾ ਹੈ, ਕੋਈ ਇੱਕ ਚੀਜ਼ ਵੀ ਜਿਹੜੀ ਹੈ ਨਾ ਬਾਜ਼ ਦਫਾ
ਉਹ ਇੱਕ ਛੋਟੀ ਜਿਹੀ ਡਿਟੇਲ ਤੁਸੀਂ ਬਿਲਕੁਲ ਆਪਣੇ ਇਹ ਮੈਂ ਗੱਲ ਹੀ ਇੱਥੋਂ ਸ਼ੁਰੂ ਹੋਈ ਸੀ ਕਿ ਕਹਾਣੀ ਜਿਹੜਾ ਦੱਸਣਾ ਉਹਦਾ ਮਤਲਬ ਕੀ ਹੁੰਦਾ ਕਿ ਤੁਹਾਨੂੰ ਕਹਾਣੀ ਪਤਾ ਹੈ, ਹੁਣ ਤੁਸੀਂ ਸਾਨੂੰ ਦੱਸਣੀ ਹੈ, ਤੁਹਾਨੂੰ ਪੂਰੀ ਪਤਾ ਹੈ, ਹੁਣ ਤੁਸੀਂ ਸਾਨੂੰ ਰਾਸ਼ਨ ਕਰਕੇ ਵੰਡ ਕੇ ਛੋਟੇ ਛੋਟੇ ਉਹਦੇ 'ਚ ਦੱਸਣੀ ਹੈ, ਇਹ ਤੁਹਾਡੇ ਕੰਟਰੋਲ 'ਚ ਹੈ ਕਿ ਤੁਸੀਂ ਕਿਸ ਤਰ੍ਹਾਂ ਉਹ ਸਾਨੂੰ ਆਹਿਸਤਾ ਆਹਿਸਤਾ ਵਿਖਾਣੀ। ਲੇਕਿਨ ਮੇਰਾ ਖਿਆਲ ਹੈ ਐਜ਼ ਅ ਰੀਡਰ ਇਹ ਹੈਲਪ ਕਰਦਾ ਹੈ ਕਿ ਅਗਰ ਤੁਸੀਂ ਕੋਈ ਇੱਕ ਛੋਟੀ ਜਿਹੀ ਕੰਕਰੀਟ ਡਿਟੇਲ ਜਿਹੜੀ ਹੈ ਨਾ ਆਪਣੀ ਅਗਰ ਓਪਨਿੰਗ ਵਿੱਚ ਪਾ ਦਿਓ, ਰਿਵੀਲ ਨਾ ਕਰੋ, ਤੁਸੀਂ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਇਨਫੋਰਮੇਸ਼ਨ, ਉਹ ਬਿਲਕੁਲ ਤੁਹਾਡਾ ਹੱਕ ਹੈ, ਕ੍ਰਾਫਟ ਹੈ ਹੀ ਹੈ ਕਿ ਤੁਸੀਂ ਕਿਹੜੀ ਸ਼ੈ ਕਦੋਂ ਖੋਲ ਕੇ ਦੱਸਣੀ ਹੈ, ਕਿਹੜੀ ਸ਼ੈ ਲੁਕਾਣੀ, ਰਾਈਟ। ਤੇ ਇਹ ਤੇ ਬਿਲਕੁਲ ਉਹਦੀ, ਲੇਕਿਨ ਮੇਰਾ ਖਿਆਲ ਹੈ ਕਿ ਇਹ ਇਟ ਹੈਲਪਸ ਕਿ ਅਗਰ ਤੁਸੀਂ ਕੋਈ ਇੱਕ ਛੋਟੀ ਜਿਹੀ ਮਾਈਨਰ ਜੀ ਡਿਟੇਲ ਜਿਹੜੀ ਹੈ ਨਾ ਉਹ ਉਹਦੇ 'ਚ ਓਪਨਿੰਗ ਵਿੱਚ ਪਾ ਦਿਓ, ਇਟ ਕੁਡ ਬੀ ਇਰੈਲੇਵੈਂਟ, ਠੀਕ ਹੈ ਨਾ, ਲੇਕਿਨ ਉਹਦੇ ਨਾਲ ਸਾਨੂੰ ਕਮ ਸੇ ਕਮ ਕੋਈ ਸ਼ੈ ਨਜ਼ਰ ਆਵੇ, ਠੀਕ ਹੈ ਨਾ, ਕਿਉਂਕਿ ਜਿਹੜੀਆਂ ਚੀਜ਼ਾਂ ਨੇ ਨਾ ਸਾਨੂੰ ਕੌਨਫਲਿਕਟ ਦਾ ਪਤਾ ਹੈ, ਨਾ ਬੰਦੇ ਦਾ ਪਤਾ ਹੈ, ਨਾ ਬਸ ਇਹ ਪਤਾ ਹੈ ਕਿ ਕੁਝ ਅਰਸੇ ਤੋਂ ਬਹੁਤ ਦਿਲ 'ਚ ਮੈਲ ਪਿਆ ਸੀ, ਉਹਨੂੰ ਹੁਣ ਸਾਫ਼ ਕਰਨ ਦੀ ਕੋਸ਼ਿਸ਼ ਹੋ ਰਹੀ, ਠੀਕ, fair enough, strong beginning, but it will make it, I think, clearer, stronger ਕਿ ਅਗਰ ਉਹਦੇ 'ਚ ਕੋਈ ਇੱਕ ਦੀ ਛੋਟੀ ਮੋਟੀ ਜਿਹੜੀ ਹੈ ਨਾ ਡਿਟੇਲ ਉਸ ਬੰਦੇ ਬਾਰੇ ਜਾਂ ਜਿਹੜਾ ਨਰੇਟਰ ਹੈ ਉਹਦੇ ਬਾਰੇ ਜਾਂ ਉਹ ਅਗਰ ਆ ਜਾਏ ਤੇ I think it will be even better. ਸਾਰਾ ਸੌਰੀ ਮੈਂ ਮਿਕਸ ਅਪ ਕਰ ਗਿਆ ਸੀ ਤੁਹਾਡੀ ਕਹਾਣੀ, ਨਹੀਂ ਸਰ, ਯੂ ਆਰ ਸਟਿਲ ਥਿੰਕਿੰਗ ਕਿ ਤੁਸੀਂ ਉਹੀ ਕਹਾਣੀ ਜਿਹਦਾ ਤੁਸੀਂ ਜ਼ਿਕਰ ਕੀਤਾ ਸੀ ਉਹੀ ਕਰੋਗੇ? सर टॉपिक वही है मेरा ब्लास्फेमी वाला, लेकिन अच्छी गल है इस लास्ट नंबर नहीं करते क्योंकि मैं दूसरी एक और कहानी सी जो मैंने लगा कि इंटरेस्टिंग सी, क्योंकि वैसे तो 10-12 ऐसी स्टोरीज ने जिन्हां दे अंदर सेम है, लेकिन यह स्टोरी जिहड़ी है स्टूड आउट बिकॉज ਇਹਦੇ ਵਿੱਚ बीवी ने अपने ਮੀਆਂ ਦੇ ਉੱਤੇ ਕੀਤਾ ਸੀ ਪਰਚਾ। ਉਹ ਖੈਰ ਅੱਛਾ, ਮੈਂ ਕਦੋਂ ਦੀ ਗੱਲ, ਸੋ ਇਹ ਕੇਸ ਜਿਹੜਾ ਹੈ ਚੱਲਿਆ ਸੀ ਔਰ ਹੁਣ ਉਹ ਹਾਈਡਿੰਗ ਵਿੱਚ ਨੇ, ਮਤਲਬ ਛੁਪ ਕੇ ਰਹਿੰਦੇ ਨੇ, मतलब लो प्रोफाइल बीवी ने मियां ते करता सी जी। सो मियां जेड़ा सी ओने एक बीवी पार्लर चलांदी है ते हस्बैंड जेड़ा है ओ उस पार्लर दे अंदर एक लड़की दे नाल निकाह कर लैंदा जवान जे। मियां जेड़ा शाह साहब आप काफी उम्र दे ने ते शाह साहब ने 22-23 साल दी कुड़ी नाल ते बीवी जेड़ी ओने गुस्से च ओने उना दे उत्ते क्या कि इन्हां ने कुरान दे सफे जेड़े ने साड़े ने ओ ओदे ते पर्चा करांदी एंड ही इज इन जेल फॉर लाइक गुड। अच्छा ओके ਤੇ ਕੁਝ ਹਾਂ ਨਾ ਤੇ ਕੁਝ ਤੁਸੀਂ ਇਹਦੇ ਬਾਰੇ ਕੁਝ ਲਿਖਿਆ ਥੋੜਾ ਜਿਹਾ? ਨਹੀਂ ਸਰ ਲਿਖਿਆ ਨਹੀਂ, ਬਸ ਆਈਡੀਆ ਮੇਰੇ ਹੈ, ਲਿਖਿਆ ਨਹੀਂ ਸ਼ੁਰੂ ਕੀਤਾ। ਇਹਦੇ ਇੱਕ ਚੈਲੰਜ ਜਿਹੜਾ ਨਾ ਮੈਨੂੰ ਇਮੀਡੀਏਟਲੀ ਨਜ਼ਰ ਆਉਂਦਾ ਹੈ ਜੀ, ਉਹ ਹੈ ਕਿ ਇੱਕ ਮਤਲਬ ਇੱਕ ਬੜੀ ਸੀਰੀਅਸ ਸਿਚੁਏਸ਼ਨ ਹੈ, ਜਿਸ ਤਰ੍ਹਾਂ ਤੁਸੀਂ ਬਾਕੀ ਬਲਾਸਫੇਮੀ ਦੇ ਕੇਸਸ ਦੀ ਗੱਲ ਕਰਦੇ ਹੋ, ਮਤਲਬ ਲੋਕਾਂ ਦੀਆਂ ਜ਼ਿੰਦਗੀ ਮੌਤ ਦਾ ਮਸਲਾ ਹੈ, ਤੇ ਇਹ ਇੱਕ ਬੜੀ ਉਹਦੇ 'ਚ ਹੋਇਆ ਹੈ ਕਿ ਵੀ ਇੱਕ ਜਿਹੜੀ ਹੈ ਬੀਵੀ ਉਹ ਹਰਟ ਹੋਈ ਹੈ, ਉਹਦੇ ਬੰਦੇ ਨੇ ਜਾ ਕੇ ਉਹਦੇ ਤੇ ਮਤਲਬ ਚੀਟ ਕੀਤਾ ਹੈ ਜਾਂ ਦੱਸ ਕੇ ਜਿਸ ਤਰ੍ਹਾਂ ਵੀ ਕੀਤਾ ਕਿ ਕਿਸੇ ਦੂਸਰੀ ਔਰਤ ਨਾਲ ਟੁਰ ਗਿਆ, ਤੇ ਉਹ ਹੁਣ ਉਹਦੇ ਕੋਲ ਬਦਲਾ ਲੈਣ ਲਈ ਇੱਕ ਐਸੀ ਸ਼ੈ ਇਸਤੇਮਾਲ ਕਰ ਰਹੀ ਹੈ ਜਿਹੜੀ ਕਿ ਮਤਲਬ ਇਹ ਸਾਡੇ ਮੁਲਕ 'ਚ ਹੁੰਦੀ ਹੈ ਔਰ ਉਹਦੇ ਬੜੇ ਖਤਰਨਾਕ ਨਤੀਜੇ ਨਿਕਲਦੇ ਨੇ ਜੀ। ਤੇ ਆਈ ਡੋਨਟ ਨੋ, ਆਈ ਐਮ ਜਸਟ ਵੰਡਰਿੰਗ ਕਿ ਇਹਦੀ ਤੁਹਾਡੀ ਟੋਨ ਕੀ ਹੋਏਗੀ? ਜੈਸਾ ਤੁਸੀਂ ਕਿਹਾ ਕਿ ਹੈ ਬਹੁਤ ਸੀਰੀਅਸ ਟੌਪਿਕ, ਲੇਕਿਨ ਉਹ ਜਿਹੜੀ ਸਟੋਰੀ ਇਟਸੈਲਫ ਹੈ ਨਾ, ਮੈਂ ਤੁਹਾਨੂੰ ਕਹਾਣੀ ਸੁਣਾਈ ਨਾ, ਮੇਰਾ ਹਾਸਾ ਨਿਕਲ ਗਿਆ ਸੁਣ ਕੇ। ਜੀ ਜੀ, so मैं उस seriousness से अंदर ना मैं सोची सा कि there are certain such ridiculous things even within the case कि ਉਹਨਾਂ ਨੂੰ ਸ਼ਾਇਦ ਇੱਕ ਲਾਈਟਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ, ਕਿਉਂਕਿ ਹੁਣ ਉਹ ਜੇਲ੍ਹ ਚੋਂ ਬਾਹਰ ਆ ਗਏ ਨੇ, they are living together, ਲੇਕਿਨ ਅੱਛਾ ਤੇ ਉਹਨੇ ਦੋਵਾਂ ਤੇ ਕਰਾਤਾ, ਉਹ ਸ਼ਾਹ ਸਾਹਿਬ ਤੇ ਵੀ ਤੇ ਉਹਦੀ ਦੂਸਰੀ ਬੁੱਢੀ ਤੇ ਵੀ ਨਹੀਂ, ਉਹ ਬੱਚੀ ਤੇ ਭੱਜ ਗਈ। ਅੱਛਾ, ਉਹਨੇ ਜਦੋਂ ਵੇਖਿਆ ਕਿ ਸ਼ਾਹ ਸਾਹਿਬ ਫੜੇ ਗਏ ਨੇ ਤੇ ਉਹ ਵਿਚਾਰੀ ਵਿੱਚੋਂ ਨਿਕਲ ਗਈ ਸਾਰੀ ਸਿਚੁਏਸ਼ਨ ਦੇ, ਲੇਕਿਨ ਸ਼ਾਹ ਸਾਹਿਬ ਫਸ ਗਏ, ਉਹਨਾਂ ਨੇ ਕੁਛ ਅਰਸਾ ਜੇਲ੍ਹ 'ਚ ਗੁਜ਼ਾਰਿਆ। I don't know, I feel like ਮੈਂ ਹਮੇਸ਼ਾ ਹਿਊਮਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਨਿਕਲ ਆਉਂਦਾ ਹੈ ਚੀਜ਼ਾਂ ਚੋਂ, no matter how tragic, how serious they are. So maybe ਇਹ ਮੇਰੀ ਕੋਸ਼ਿਸ਼ ਹੈ ਕਿ ਕੁਛ ਬੈਲੈਂਸ ਕਰਕੇ। I mean, I don't know, balance ਕਰਨ ਦੀ, I don't think balance is the right word.
ਮਤਲਬ ਲੇਕਿਨ ਇਹ ਹੈ ਕਿ ਇਹਦੀ ਟੋਨ ਜਿਹੜੀ ਹੈ ਕਿ ਮਤਲਬ ਤੁਸੀਂ ਉਹ that is ਉਹ ਮੈਂ ਵੇਖਣਾ ਚਾਹਾਂਗਾ ਕਿ ਤੁਸੀਂ ਉਹਨੂੰ ਕਿਹੜੀ ਜ਼ੁਬਾਨ 'ਚ ਕਿਹੜੀ ਆਵਾਜ਼ 'ਚ ਇਹ ਕਹਾਣੀ ਜਿਹੜੀ ਹੈ ਦੱਸਣ ਵਾਲੀ ਹੈ ਬਟ ਹਾਂ ਲੇਕਿਨ ਪ੍ਰੋਮਿਸਿੰਗ ਮੈਂ ਪੜ੍ਹਨਾ ਚਾਹਾਂਗਾ ਤੇ ਅਗਰ ਐਨੀ ਪੁਆਇੰਟ ਤੁਸੀਂ ਕੋਈ ਉਹਦਾ ਡਰਾਫਟ ਜਾਂ ਕੋਈ ਹਿੱਸਾ ਸ਼ੇਅਰ ਕਰਨਾ ਚਾਹੋ ਬਾਕੀ ਤੁਸੀਂ ਵੀ ਆਪਣਾ ਕੋਈ ਵੀ ਆਪਣਾ ਅੱਧੀ ਲਿਖੀ ਜਾਂ ਲਿਖੀ ਤੁਸੀਂ ਕਿਸੇ ਵਕਤ ਸ਼ੇਅਰ ਕਰਨਾ ਚਾਹੋ ਕਲਾਸ ਜਾਂ ਮੈਨੂੰ ਈਮੇਲ ਕਰਨਾ ਚਾਹੋ ਤੇ ਪਲੀਜ਼ ਫੀਲ ਫ੍ਰੀ ਠੀਕ ਹੈ ਨਾ ਤੇ ਟਾਈਮ ਥੋੜਾ ਰਹਿ ਗਿਆ ਜਲਦੀ ਨਾ ਬੀਬਾ ਜੀ ਤੁਸੀਂ ਕੋਈ ਸੋਚਿਆ ਆਪਣਾ ਹਾਂਜੀ ਮੈਂ ਪਹਿਲਾਂ ਤੇ ਇੱਕ ਸੋਚਿਆ ਸੀਗਾ ਨਾਨ ਫਿਕਸ਼ਨ ਪਰ ਤੁਸੀਂ ਆਖਿਆ ਕਿ ਨਾਨ ਫਿਕਸ਼ਨ ਨਹੀਂ ਕਰਨਾ ਸੋ ਮੈਂ ਨਹੀਂ ਮੈਂ ਉਹਦੇ ਤੇ ਥੋੜੀ ਜੀ ਗੱਲ ਮੈਂ ਜ਼ਿਆਦਾ ਕੀਤੀ ਸੀ ਮੈਂ ਕਿਹਾ ਸੀ ਬਿਲਕੁਲ ਤੁਸੀਂ ਨਾਨ ਫਿਕਸ਼ਨ ਕਰ ਸਕਦੇ ਹੋ ਲੇਕਿਨ ਮੈਂ ਇਹ ਕਿਹਾ ਸੀ ਸਿਰਫ ਮੈਂ ਵਾਰ ਨਹੀਂ ਕੀਤਾ ਸੀ ਕਿ ਅਸੀਂ ਕੋਈ ਅਦਾਰੀਏ ਨਹੀਂ ਲਿਖਣੇ ਅਸੀਂ ਕੋਈ ਓਪੈਡ ਨਹੀਂ ਲਿਖਣੇ ਅਸੀਂ ਸਿਆਸੀ ਤਜਜ਼ੀਏ ਨਹੀਂ ਕਰਨੇ ਅਸੀਂ ਕੋਈ ਸਿਆਸੀ ਤਕਰੀਰਾਂ ਨਹੀਂ ਕਰਨੀਆਂ ਅਗਰ ਕੋਈ ਨਾਨ ਫਿਕਸ਼ਨ ਤੁਹਾਡੇ ਕੋਲ ਵਾਕਿਆ ਹੈ ਜਾਂ ਕੋਈ ਤੁਸੀਂ ਲਿਖਣਾ ਚਾਹੁੰਦੇ ਹੋ ਆਪਣੀ ਜਾਂ ਕਿਸੇ ਦੀ ਜ਼ਿੰਦਗੀ ਕੋਈ ਸ਼ਾਇਦ ਜਿਹੜੀ ਹਾਂ ਯੂ ਆਰ ਮੋਸਟ ਵੈਲਕਮ ਉਹਦੇ ਚ ਕੋਈ ਮੈਂ ਸਿਰਫ ਇਹ ਕਹਿ ਰਿਹਾ ਸਾਂ ਕਿ ਜਿਵੇਂ ਬਾਜ਼ ਦਫਾ ਹੁੰਦਾ ਨਾ ਅਸੀਂ ਬੈਠੇ ਸਾਡੇ ਮੈਂ ਤਕਰੀਰ ਕਰ ਦਈ ਸੀ ਕਿ ਉਹ ਜ਼ਮਾਨਾ ਬੜਾ ਖਰਾਬ ਆ ਗਿਆ ਤੇ ਮੈਂ ਸਮਝਦਾ ਤੁਸੀਂ ਕਹਾਣੀ ਸੁਣਾਓ ਭਾਵੇਂ ਉਹ ਨਾਨ ਫਿਕਸ਼ਨ ਹੋਵੇ ਭਾਵੇਂ ਫਿਕਸ਼ਨ ਮੈਂ ਤੁਹਾਨੂੰ ਜਸਟ ਲੈਟ ਮੀ ਰਨ ਇਟ ਬਾਈ ਯੂ ਮੇਰੇ ਕੋਲ ਦੋ ਆਪਸ਼ਨਸ ਨੇ ਤੁਸੀਂ ਜਿਹੜੀ ਵੀ ਪਸੰਦ ਕਰੋਗੇ ਲਿਖ ਦੂੰਗੀ ਸੋ ਇਹ ਜਿਹੜੀ ਹੈਗੀ ਹੈ ਦਿਸ ਇਜ਼ ਜਦ ਕੇ ਵੀ ਦੇਖੋ ਜਦ ਹੋਇਆ ਨਾ ਇਨ ਦ अर्ਲੀ 50s ਇਹ ਮਾਈ ਪੇਰੈਂਟਸ ਉਦੋਂ ਨਵੇਂ ਵਿਆਹੇ ਸੀਗੇ ਐਂਡ ਯੂ ਨੋ ਦੇ ਵਾਸ ਸਾਊਥ ਚ ਕੀ ਹੋ ਰਿਹਾ ਸੀ ਐਟ ਦੈਟ ਟਾਈਮ ਕਿ ਸਾਊਥ ਦੀ ਜ਼ਿੰਦਗੀ ਜਿਹੜੀ ਸੀਗੀ ਨਾ ਬਹੁਤ ਕੁਝ ਲਿਖਿਆ ਗਿਆ ਬਟਵਾਰੇ ਦੇ ਬਾਅਦ ਪੰਜਾਬ ਚ ਕੀ ਹੋਇਆ ਬੁਰਾ ਹਾਲ ਇਹ ਉਹ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਊਥ ਦੇ ਵਿੱਚ ਯੂ ਨੋ ਇਨ ਦ ਡੈਕਨ ਏਰੀਆ ਜਿਹੜੇ ਸੀਗੇ ਸਾਰੇ ਉਹਨਾਂ ਚ ਜ਼ਿੰਦਗੀ ਤੇ ਬੜੀ ਵਧੀਆ ਸੀਗੀ ਉਹ ਜ਼ਮਾਨਾ ਸੀਗਾ ਜਦ ਯੂ ਨੋ ਕਲੱਬ ਦਾ ਜਿਹੜਾ ਸੀਗਾ ਬੜਾ ਰਿਵਾਜ ਹੁੰਦਾ ਸੀ ਐਵਰੀ ਈਵਨਿੰਗ ਐਵਰੀਬਡੀ ਵੁੱਡ ਗੋ ਟੂ ਦ ਕਲੱਬ ਆਪਣਾ ਡਰਿੰਕ ਲੈਣੀ ਉਹਨਾਂ ਨੇ ਡਾਂਸ ਕਰਨਾ ਇਹ ਉਹ ਤੇ ਜ਼ਿੰਦਗੀ ਉੱਥੇ ਤਾਂ ਬੜੀ ਵਧੀਆ ਸੀ ਐਟ ਦੈਟ ਟਾਈਮ ਸਹੀ ਪਰ ਸੋ ਐਂਡ ਉਦੋਂ ਐਂਗਲੋ ਇੰਡੀਅਨਸ ਦਾ ਉੱਥੇ ਜਿਹੜਾ ਸਾਰਾ ਹਿਸਾਬ ਕਿਤਾਬ ਸੀ ਜਿੱਦਾਂ ਇਹ ਦੇਸੀ ਸਾਹਬ ਬਣ ਰਹੇ ਸੀਗੇ ਸੋ ਇਹ ਜਿਹੜੇ ਸੀਗੇ ਉਹ ਮਤਲਬ ਕਿ ਮੈਂ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਨੇ ਐਟ ਦੈਟ ਟਾਈਮ ਕਿ ਦ ਨਿਊ ਐਲੀਟ ਵਾਸ ਕਮਿੰਗ ਅਪ ਸੋ ਬੜੀ ਪਰ ਇਹਦੇ ਚ ਮੈਨੂੰ ਪ੍ਰੋਬਲਮ ਜਿਹੜੀ ਆ ਰਹੀ ਹੈ ਨਾ ਫਿਰ ਅਗੇਨ ਜਿਹੜੀ ਓਪੈਡ ਵਾਲੀ ਗੱਲ ਹੈਗੀ ਹੈ ਕਿ ਵੀ ਕਿੰਨਾ ਕੁ ਮੈਂ ਉਹ ਕੰਟਰਾਸਟ ਕਰਨਾ ਚਾਹਣਾ ਕਿ ਵੀ ਹਾਊ ਮਚ ਸ਼ੁਡ ਆਈ ਕੰਟਰਾਸਟ ਕਿ ਵੀ ਪੰਜਾਬ ਚ ਤੇ ਉੱਥੇ ਹੜ੍ਹ ਆ ਰਹੇ ਸਨ ਨਾ ਉੱਥੇ ਬੰਨ ਲੱਗੇ ਸਨ ਹਰ ਸਾਲ ਆਉਂਦਾ ਸੀ ਜ਼ਮੀਨਾਂ ਖਰਾਬ ਹੋ ਜਾਂਦੀਆਂ ਸੀ ਤੇ ਔਨ ਦੀ ਅਦਰ ਹੈਂਡ ਮੁਗਲੇ ਆਜ਼ਮ ਬਣ ਰਹੀ ਸੀ ਬੰਬੇ ਦੇ ਵਿੱਚ ਸੋ ਦੇਰ ਇਜ਼ ਅ ਬਿਗ ਕੰਟਰਾਸਟ ਸੋ ਪਤਾ ਨਹੀਂ ਇਟ ਮਾਈਟ ਬਿਕਮ ਪ੍ਰੀਚੀ ਆਈ ਡੋਨਟ ਨੋ ਕਿ ਤੁਸੀਂ ਕੀ ਸੋਚਦੇ ਹੋ ਵੁੱਡ ਇਟ ਬਿਕਮ ਪ੍ਰੀਚੀ ਅਗਰ ਤੁਸੀਂ ਕਰੋਗੇ ਪ੍ਰੀਚ ਤੇ ਪ੍ਰੀਚੀ ਹੋਏਗਾ ਨਹੀਂ ਪਰ ਜੇ ਮੈਂ ਬਟ ਮਤਲਬ ਕਿ ਮਤਲਬ ਕੰਟਰਾਸਟ ਸ਼ੋ ਕੀਤੇ ਬਿਨਾ ਤੇ ਫਿਰ ਕੋਈ ਗੱਲ ਨਹੀਂ ਨਾ ਬਣਦੀ ਕੰਟਰਾਸਟ ਸ਼ੋ ਕਰਨ ਦੇ ਵੀ ਤਰੀਕੇ ਹੁੰਦੇ ਨੇ ਨਾ ਜਾਂ ਤੁਸੀਂ ਬਸ ਇਹ ਕਹਿ ਕੇ ਟੁਰ ਜਾਓਗੇ ਵੀ ਇੱਥੇ ਲੋਕ ਕਲੱਬਾਂ 'ਚ ਡਾਂਸ ਕਰ ਰਹੇ ਸਨ ਉਧਰ ਲੋਕ ਭੁੱਖੇ ਮਰ ਰਹੇ ਸਨ ਮਤਲਬ ਠੀਕ ਹੈ ਬਹੁਤ ਸੋਹਣੀ ਗੱਲ ਹੈ ਲੇਕਿਨ ਯਾਦ ਤੇ ਵਿਖਾਓ ਨਾ ਸਾਨੂੰ ਜਿਹੜੇ ਮਤਲਬ ਅਗਰ ਤੁਹਾਨੂੰ ਉਸ ਜ਼ਮਾਨੇ ਦੇ ਕਿਰਦਾਰ ਤੁਹਾਨੂੰ ਯਾਦ ਨੇ ਕੁਛ ਮਤਲਬ ਤੁਸੀਂ ਮਿਲੇ ਹੋ ਠੀਕ ਹੈ ਨਾ ਕੋਈ ਐਕਸਪੀਰੀਅੰਸ ਕੀਤਾ ਹੈ ਤੇ ਅਗਰ ਉਹਨੂੰ ਲੈ ਕੇ ਗੱਲ ਕਰੋਗੇ ਤੇ ਹੋਰ ਗੱਲ ਹੋਏਗੀ ਅਗਰ ਸਿਰਫ ਇਹ ਕਹੋਗੇ ਕਿ ਵੀ ਇਸ ਪਾਸੇ ਤੇ ਉਹ ਉਂਝੀ ਹੋਏਗਾ ਕਿ ਮਤਲਬ ਦੂਸਰਾ ਤੁਹਾਡਾ ਤੁਸੀਂ ਕਹਿ ਰਹੇ ਸੀ ਦੋ ਆਈਡੀਆ ਸਨ ਦੂਜਾ ਜਿਹੜਾ ਹੈਗਾ ਉਹਦੇ ਤੇ ਥੋੜਾ ਜਿਹਾ ਲਿਖਿਆ ਵੀ ਹੈਗਾ ਉਹ ਹੈਗਾ ਆ ਕਿ ਵੀ ਮੇਰੇ ਆਪਣੇ ਜਿਹੜੇ ਜਦ ਮੈਡੀਕਲ ਕਾਲਜ ਜਦ ਨਵੇਂ ਡਾਕਟਰ ਤੁਸੀਂ ਬਣਦੇ ਹੋ ਤੇ ਤੁਹਾਡੀ ਆਈਡਲਿਜ਼ਮ ਤੇ ਉਹ ਸਟੋਰੀ ਹੈਗੀ ਅਸਲੀ ਹੈ ਪਰ ਉਹਨੂੰ ਡਰਾਮੇਟਾਈਜ਼ ਕੀਤਾ ਹੈਗਾ ਜਿਹੜੇ ਇਟ ਗੋਜ਼ ਔਨ ਬਟ ਸਟਾਰਟਸ ਡਿਫਰੈਂਟਲੀ ਪਰ ਇਟ ਗੋਜ਼ ਔਨ ਜੇ ਤੁਸੀਂ ਸ਼ੁਰੂ ਸੁਣਨਾ ਚਾਹੋ ਤਾਂ ਮੈਂ 2 ਮਿੰਟ ਹੈਗੇ ਤੁਹਾਡੇ ਕੋਲ ਤਾਂ ਮੈਂ ਦੱਸ ਹਾਂਜੀ ਚਲੋ ਹਾਂ ਮੈਂ ਪਹਿਲੀ ਚੋਰੀ 18 ਸਾਲ ਦੀ ਉਮਰ ਤੇ ਕੀਤੀ 19 ਸਾਲ ਤੱਕ ਪਹੁੰਚਦਿਆਂ ਕਾਫੀ ਮਹਾਰਤ ਹਾਸਲ ਕਰ ਲਈ ਤੇ 20 ਸਾਲ ਤੱਕ ਉਸਤਾਦ ਦਾ ਦਰਜਾ ਪਾ ਲਿਆ ਮੈਨੂੰ ਯਕੀਨ ਹੈ ਕਿ ਉਸ ਅਦਾਰੇ ਦੀਆਂ ਕੈਂਟੀਨਾਂ ਵਿੱਚ ਬੈਠ ਅੱਜ ਵੀ ਸਾਥੋਂ ਬਾਅਦ ਆਉਣ ਵਾਲੀਆਂ ਜਮਾਤਾਂ ਸਾਡੇ ਕਾਰਨਾਮਿਆਂ ਦੇ ਕਿੱਸੇ ਦੁਹਰਾ ਰਹੀਆਂ ਹੋਣ ਗੱਲ ਪੁਰਾਣੀ ਹੈ ਪਰ ਬਿਲਕੁਲ ਕਿੰਨੀ ਹੈ ਇਹ ਦੱਸਣਾ ਮੇਰੇ ਲਈ ਮੁਮਕਿਨ ਨਹੀਂ ਕਿਉਂਕਿ ਮੈਂ ਹਾਲੇ ਉਸ ਉਮਰ ਤੱਕ ਨਹੀਂ ਪਹੁੰਚੀ ਜਿੱਥੇ ਮੇਰੀ ਮਾਂ ਵਰਗੀਆਂ ਔਰਤਾਂ ਬੜੇ ਫਖਰ ਨਾਲ ਆਪਣੀ ਉਮਰ ਦੱਸਦੀਆਂ ਨੇ ਮੈਨੂੰ then I go on ਕਿ ਮੈਨੂੰ ਉਹ ਦਿਨ ਯਾਦ ਹੈ ਜਦ ਮੈਂ ਪਹਿਲੀ ਚੋਰੀ ਕੀਤੀ ਮੈਨੂੰ ਚੋਰਾਂ ਦੀਆਂ ਕਹਾਣੀਆਂ ਬਹੁਤ ਪਸੰਦ ਨੇ
so this is about ਜ਼ਿਆਦਾ ਪੋਟੈਂਸ਼ੀਅਲ ਇਹ ਜੀ ਸਾਡਾ ਗਰੁੱਪ ਹੁੰਦਾ ਸੀਗਾ, we were called the Robin Hoods of the general ਜਨਾਨੀਆਂ ਦੇ ਜਨਰਲ ਵਾਰਡ ਦੇ ਅਸੀਂ ਰੋਬਿਨ ਹੁੱਡ ਹੁੰਦੇ ਸੀ। ਸੋ ਇਹ ਕਹਾਣੀ ਉਧਰ ਨੂੰ ਤੁਰ ਰਹੀ ਹੈ, ਪਰ ਇਟਸ ਅ ਵੈਰੀ ਵੈਰੀ ਸੈਡ ਸਟੋਰੀ ਇਨ ਦੀ ਐਂਡ, ਕਿ ਵੀ ਇੱਕ ਔਰਤ ਦੀ ਸਟੋਰੀ ਹੈ ਕਿ ਵੀ ਜਿਹਨੂੰ ਖੁਸ਼ੀ ਹੁੰਦੀ ਹੈ ਜਦ ਉਹਦਾ ਬੱਚਾ ਮਰ ਜਾਂਦਾ। ਸੋ it goes towards that. ਨਹੀਂ ਡੈਫੀਨਿਟਲੀ ਮੇਰਾ ਵੋਟ ਜਿਹੜਾ ਹੈ ਉਹ ਮਰਜ਼ੀ ਆਖਰ ਤੇ ਤੁਹਾਡੀ ਆਪਣੀ, ਮੇਰਾ ਵੋਟ ਡੈਫੀਨਿਟਲੀ ਇਸ ਸਟੋਰੀ ਲਈ ਹੈ। ਅੱਛਾ, ਥੈਂਕ ਯੂ ਵੈਰੀ ਮਚ। ਕੁਝ ਰਹਿ ਗਏ ਨੇ ਸਤਿੰਦਰ ਜੀ ਤੇ ਆਪਣਾ ਜਾਸਿਰ ਤੇ ਮੇਰਾ ਖਿਆਲ ਹੈ ਹੋਰ ਇੱਕ ਦੋ ਰਹਿ ਗਏ ਨੇ, ਤੇ ਇਹ ਅਸੀਂ ਅਗਲੀ ਕਲਾਸ ਕਰਾਂਗੇ। ਤੇ ਮੈਂ ਇੱਕ ਕਹਾਣੀ ਭੇਜਾਂਗਾ, ਅਗਲੀ ਕਲਾਸ 'ਚ ਅਸੀਂ ਕਹਾਣੀ ਪੜ੍ਹਾਂਗੇ ਤੇ ਅਗਲੇ ਫਰਾਈਡੇ ਨੂੰ ਇਸੇ ਟਾਈਮ ਤੇ। Thank you very much. So I will see you next Friday. ठीक है जी? Thank you so much. Okay. Rab rakha. Bye. Shiva ji, I really like the chori wali story. I think you हाँ should नहीं, go. चोर सारे ने चोर बड़ी चोरियां कीतियां। चंगा जी, definitely. Thank you, Jasir. Appreciate it, baby.